ਸਾਰ ਨ ਜਾਣਾ ਤੂੰ ਵੱਡ ਦਾਣਾ। ਕਰ ਮਿਹ ਰਮਤ ਸਾਈ ਕਿਰਪਾ ਕੀਜੈ ਸਾਮਤ ਦੀਜੈ। ਆਠ ਪਹਿਰ ਤੁਧ ਧਿਆਈ ਗਰਬ ਨ ਕੀਜੈ ਰੇਣ ਹੋਵੀਜੈ। ਤਾਂ ਗਤ ਜੀਅਰੇ ਤੇਰੀ ਸਭ ਉਪਰ ਨਾਨਕ ਕਾ ਠਾਕੁਰ। ਮੈਂ ਜਿਹੀ ਘਣ ਚੇਰੀ ਰਾਮ ਤੂੰ ਸਮਰੱਥ ਵੱਡਾ। ਮੇਰੀ ਮਤ ਥੋਰੀ ਰਾਮ ਆਲਹਿ ਅਕਿਰਤ ਘਣਾ। ਪੂਰਨ ਦ੍ਰਿਸ਼ਟ ਤੇਰੀ ਰਾਮ ਤੂੰ ਸੁਲਤਾਨ ਕਹਾਂ ਹੋ ਮੀਆਂ। ਤੇਰੀ ਕਵਨ ਵਡਾਈ ਜੋ ਤੂੰ ਦੇਹ ਸੋ ਕਹਾਂ ਸੁਆਮੀ। ਮੈਂ ਮੂਰਖ ਕਹਿਣ ਨਾ ਜਾਈ ਹੋਵੈ ਸਿਫਤ ਖਸਮ ਦੀ। ਨੂਰ ਅਰਸੋਂ ਕੁਰਸੋਂ ਝੱਟੀਐ ਉਦ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀਐ ਸਤਨਾਮ ਵਾਹਿਗੁਰੂ ਸਾਹਿਬ ਜੀਓ। ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ। ਸਭ ਗੁਣ ਤੇਰੇ ਮੈਂ ਨਾਹੀ ਕੋਇ। ਵਿਣ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਥ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਓ। ਸਵਸਤ ਆਥ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸ਼ੋਭਾਇਮਾਨ ਗੁਰੂ ਰੂਪ ਸਾਧ ਸੰਗਤ ਜੀਓ। ਸਤਿਗੁਰੂ ਜੀ ਦੇ ਚਰਨਾਂ ਅੰਦਰ ਪਹੁੰਚ ਕੇ ਆਪ ਜੀ ਨੇ ਅਕਾਲ ਪੁਰਖ ਵਾਹਿਗੁਰੂ ਵੱਲੋਂ ਮਿਲੇ ਇਸ ਅਮੋਲਕ ਮਨੁੱਖਾ ਜੀਵਨ ਨੂੰ ਨਮਸਕਾਰ ਕਰਕੇ ਸਫਲ ਕੀਤਾ ਹੈ।
ਗੁਰੂ ਨਾਨਕ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਸ੍ਰੀ ਜਪਜੀ ਸਾਹਿਬ, ਜਿਸ ਦੀ 21 ਨੰਬਰ ਪੌੜੀ ਵਿੱਚ ਕੱਲ ਆਪਾਂ ਕੁਝ ਸ਼ਬਦ ਸਾਂਝੇ ਕੀਤੇ ਸਨ। ਇਸ ਵਿੱਚ ਇੱਕ ਪੰਕਤੀ ਹੈ ਕਿ ਸਵਸਤ ਆਥ ਬਾਣੀ ਬਰਮਾਉ, ਸਤ ਸੁਹਾਣ ਸਦਾ ਮਨ ਚਾਉ। ਸਦਾ ਮਨ ਚਾਉ ਦੇ ਅਰਥ ਨੇ ਸਦੀਵ ਖੁਸ਼ੀ, ਜਿਹਦੇ ਵਿੱਚ ਇੱਕ ਪਲ ਵੀ ਸੋਗ ਨਹੀਂ ਆਉਂਦਾ। ਐਸੀ ਅਵਸਥਾ ਜਿਹਦੇ ਅੰਦਰ ਬਾਹਰੀ ਤੌਰ ਤੇ ਕੁਝ ਵੀ ਵਾਪਰ ਜਾਏ, ਬਾਹਰੋਂ ਕੁਝ ਵੀ ਹੁੰਦਾ ਰਹੇ, ਪਰ ਅੰਦਰਲੇ ਪਾਸੇ ਇੱਕ ਥਾਂ ਐਸੀ ਬਣੀ ਰਹਿੰਦੀ ਜਿਹਦੀ ਅਵਸਥਾ ਅਡੋਲ ਰਹਿੰਦੀ ਹੈ, ਉੱਥੇ ਸਦਾ ਖੁਸ਼ੀ ਹੈ। ਐਸਾ ਮਨੁੱਖ, ਉਹਦਾ ਜ਼ਿਕਰ ਇੱਥੇ ਕੀਤਾ ਗਿਆ ਕਿ ਜਿਹਦੇ ਜੀਵਨ ਦੇ ਦੋ ਹਿੱਸੇ ਬਣ ਜਾਂਦੇ ਨੇ। ਇੱਕ ਪਾਸੇ ਤਾਂ ਸਰੀਰ ਧਾਰੀ ਹੈ, ਸਰੀਰ ਦੁਆਰਾ ਬਾਹਰ ਸੰਬੰਧ ਹੈ, ਤਾਂ ਇਹ ਜਿਹੜਾ ਸੰਸਾਰ ਹੈ, ਜਿਹੜਾ ਇਹ ਸਰੀਰ ਹੈ, ਇੱਥੋਂ ਦਾ ਇੱਕ ਨਿਯਮ ਹੈ ਕਿ ਬੰਦਾ ਇੱਥੇ ਚਿੰਤਾ ਤੁਰ ਰਹਿੰਦਾ ਹੈ, ਸੋਗੀ ਰਹਿੰਦਾ ਹੈ, ਭੱਜ ਦੌੜ ਕਰਦਾ ਹੈ। ਤਾਂ ਇੱਥੇ ਕੁਦਰਤੀ ਤੌਰ ਤੇ ਬਾਰ-ਬਾਰ ਬੋਲ ਕਬੋਲ ਵੀ ਬੋਲਦਾ ਹੈ, ਪਰ ਜਿਉਂ-ਜਿਉਂ ਗੁਰੂ ਦੀ ਕਿਰਪਾ ਹੋਵੇ, ਅੰਦਰ ਨਾਮ ਵਿੱਚ ਮਨ ਟਿਕੇ, ਤਾਂ ਇੱਕ ਦਿਨ ਇਸ ਜੀਵਨ ਦੇ ਦੋ ਹਿੱਸੇ ਹੋ ਜਾਂਦੇ ਨੇ। ਇੱਕ ਹਿੱਸਾ ਸਰੀਰ ਧਾਰੀ, ਇੱਕ ਹਿੱਸਾ ਅੰਦਰਲਾ ਜਿਹੜਾ ਸ਼ਬਦ ਨਾਲ ਜੁੜਿਆ ਹੋਇਆ ਹੈ। ਬਸ ਜਿੱਦਣ ਇਹ ਹਿੱਸੇ ਦੋ ਬਣ ਗਏ, ਉਸ ਦਿਨ ਸਾਡੀ ਇੱਥੇ ਆਉਣੀ ਯਾਤਰਾ ਸਾਡੀ ਸਫਲ ਹੋ ਗਈ। ਸਮਝ ਆ ਗਈ, ਅੰਦਰਲਾ ਹਿੱਸਾ ਉਹਦੇ ਨਾਲ ਜੁੜਿਆ ਰਿਹਾ, ਬਾਹਰਲਾ ਹਿੱਸਾ ਥੋੜ੍ਹਾ ਜਿਹਾ ਸੰਸਾਰ ਨਾਲ ਜੁੜਿਆ ਰਿਹਾ, ਫਿਰ ਦੁੱਖ ਨਹੀਂ ਆ ਸਕਦਾ। ਜੁਗਤ ਆ ਗਈ ਜਿਉਣ ਦੀ, ਜਿਹਨੂੰ ਭਗਤ ਜੀ ਨੇ ਕਿਹਾ ਕਿ ਹਾਥ ਪਾਏ ਕਰ ਕੰਮ ਸਭ ਚੀਤ ਨਿਰੰਜਨ ਨਾਲ। ਇਸ ਤਰ੍ਹਾਂ ਦੀ ਦਸ਼ਾ ਜਿਹਦੀ ਬਣੀ, ਫਿਰ ਉਹਦੇ ਅੰਦਰਲੇ ਪਾਸੇ ਚਾਉ ਬਣਿਆ ਰਹਿੰਦਾ ਹੈ, ਬਾਹਰ ਭਾਵੇਂ ਕੁਝ ਵੀ ਹੋਵੇ। ਜਿਵੇਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਹਨ, ਉਹਨਾਂ ਦਾ ਅੱਜ ਸ਼ਹੀਦੀ ਗੁਰਪੁਰਬ ਹੈ, ਤਾਂ ਉਹਨਾਂ ਦੇ ਜੀਵਨ ਦੇ ਜਿਵੇਂ ਦੋ ਹਿੱਸੇ ਬਣ ਗਏ। ਬਾਰ-ਬਾਰ ਤੱਤੀ ਹਵਾ, ਤੱਤੀ ਤਵੀ, ਤੱਤੀ ਰੇਤ, ਦੁੱਖ ਸੁੱਖ, ਝਗੜੇ, ਕਈ ਕੁਝ ਹੋਇਆ, ਪਰ ਜਿਹੜਾ ਅੰਦਰਲਾ ਪਾਸਾ ਸੀ ਉੱਥੇ ਕੁਝ ਨਹੀਂ ਹੋਇਆ, ਉੱਥੇ ਬਿਲਕੁਲ ਉਸੇ ਤਰ੍ਹਾਂ ਹੀ। ਇਹਨੂੰ ਗੁਰੂ ਸਾਹਿਬ ਨੇ ਕਿਹਾ ਸਤ ਸੁਹਾਣ ਸਦਾ ਮਨ ਚਾਉ। ਇਹ ਅਵਸਥਾ ਹੈ ਗੁਰਮੁਖ ਦੀ ਸੰਪੂਰਨ ਅਵਸਥਾ। ਸਤ ਦਾ ਮਤਲਬ ਸਦਾ ਕਾਇਮ। ਇੱਕ ਚੀਜ਼ ਹੁੰਦੀ ਹੈ ਵਕਤੀ ਤੌਰ ਤੇ, ਇੱਕ ਘੰਟੇ ਲਈ, ਮਿੰਟ ਲਈ, ਦਿਨ ਲਈ, ਸਾਲ ਲਈ। ਸਤ ਦਾ ਮਤਲਬ ਹੈ ਸਦਾ ਕਾਇਮ ਰਹਿਣ ਵਾਲੀ, ਜਿਹਦੀ ਕਦੀ ਮੌਤ ਨਹੀਂ ਹੁੰਦੀ, ਜਿਹੜੀ ਹੱਥੋਂ ਨਿਕਲਦੀ ਨਹੀਂ। ਤੁਸੀਂ ਸੁਖਮਣੀ ਸਾਹਿਬ ਵਿੱਚ ਪੜ੍ਹੋਗੇ, ਪ੍ਰਭ ਕੈ ਸਿਮਰਨ ਨਿਹਚਲ ਆਸਣ। ਇਹ ਇੱਕ ਅਵਸਥਾ ਹੈ। ਆਸਣ ਤੇ ਵੈਸੇ 84 ਦੱਸੇ ਗਏ ਨੇ, ਯੋਗ ਮਤ ਵਾਲਿਆਂ ਨੇ ਆਸਣ 84 ਦੱਸੇ। ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਆਸਣ 84 ਇਹ ਵੀ ਕਰ ਰਿਹਾ, ਵੱਡੀ ਆਰਜਾ ਫਿਰ ਜਨਮੈ ਹਰਸਿਓ ਸੰਗ ਨਾ ਗਏ। ਸਰੀਰ ਦੇ ਆਸਣ ਨੇ। ਗੁਰੂ ਅਰਜਨ ਦੇਵ ਜੀ ਨੇ ਜਿੱਥੇ ਆਸਣ ਦੀ ਗੱਲ ਕੀਤੀ ਕਿ ਪ੍ਰਭ ਕੈ ਸਿਮਰਨ ਨਿਹਚਲ ਆਸਨ, ਉਹ ਧਿਆਨ ਦਾ, ਸੁਰਤ ਦਾ, ਆਤਮਾ ਦਾ ਆਸਣ ਹੈ, ਜਿੱਥੇ ਸਦੀਵ ਇਸ ਤਰ੍ਹਾਂ ਦੀ ਇੱਕ ਜ਼ਿੰਦਗੀ ਬਣੀ ਰਹਿੰਦੀ ਹੈ, ਜਿਹਨੂੰ ਬਾਹਰਲਾ ਹਿੱਸਾ ਅੰਦਰ ਦਖਲ ਅੰਦਾਜ਼ੀ ਨਹੀਂ ਕਰਦਾ।
ਉਹ ਬਾਰ-ਬਾਰ ਹੁੰਦਾ ਰਹਿੰਦਾ। ਜਿਵੇਂ ਵੇਖੋ ਹਨੇਰੀ ਆਉਂਦੀ ਹੈ, ਝੱਖੜ ਆਉਂਦਾ ਹੈ, ਸਮੁੰਦਰ ਦੇ ਉੱਤੇ ਕਿੰਨੀਆਂ ਕਿੰਨੀਆਂ ਲਹਿਰਾਂ ਆਉਂਦੀਆਂ ਨੇ, ਉੱਚੀਆਂ ਉੱਚੀਆਂ 2-2 ਫੁੱਟ 4-4, ਕਈ ਵਾਰੀ ਸੁਨਾਮੀ ਵੀ ਆ ਜਾਂਦੀ ਹੈ। ਤਾਂ ਉਹ ਲਹਿਰਾਂ ਜਿਹੜੀਆਂ ਨੇ ਬਾਹਰੋਂ ਵੇਖ ਕੇ ਲੱਗਦਾ ਹੈ ਕਿ ਸਮੁੰਦਰ ਹਿੱਲ ਰਿਹਾ ਹੈ, ਲਹਿਰਾਂ ਉੱਠ ਰਹੀਆਂ ਨੇ, ਪਰ ਜਦੋਂ ਸਮੁੰਦਰ ਦੇ ਵਿੱਚ ਕਿਤੇ 3-4 ਕਿਲੋਮੀਟਰ ਡੂੰਘਾ ਜਾ ਕੇ ਵੇਖੋ, ਉੱਥੇ ਕੁਝ ਨਹੀਂ ਹਿੱਲਦਾ, ਉਹ ਖੜਾ ਰਹਿੰਦਾ ਹੈ, ਉਹ ਬਿਲਕੁਲ ਟਿਕਿਆ ਹੋਇਆ। ਇਸੇ ਤਰ੍ਹਾਂ ਜਿਨਨੇ ਸੁਣਿਆ ਮੰਨਿਆ ਜੋ ਅੱਜ ਬਚਨ ਕਹੇ ਤੇ ਮਨ ਕੀਤਾ ਭਾਉ, ਜਿਸ ਗੁਰਮੁਖ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਪਹਿਲਾਂ ਸੁਰਤ ਦੁਆਰਾ ਸੁਣਿਆ, ਧਿਆਨ ਦੁਆਰਾ ਆਪਣੇ ਅੰਦਰੋਂ ਸੁਣ ਲਿਆ, ਜਾਂ ਆਪ ਬੋਲਿਆ ਤੇ ਆਪ ਸੁਣਿਆ, ਫਿਰ ਉਸ ਸੁਣੇ ਹੋਏ ਨੂੰ ਚੁੱਪ ਕਰਕੇ ਮਨ ਦੇ ਵਿੱਚ ਰੱਖ ਲਿਆ। ਮਨ ਕੀਤਾ, ਸੁਣਿਆ, ਮੰਨਿਆ। ਮੰਨਣ ਦੇ ਅਰਥ ਨੇ ਅੰਦਰ ਰੱਖ ਲੈਣਾ। ਅੰਦਰ ਜਿਹਨੇ ਟਿਕਾ ਲਿਆ ਤੇ ਟਿਕਾ ਕੇ ਫਿਰ ਉਹਨੂੰ ਮਨ ਕੀਤਾ ਭਾਉ, ਫਿਰ ਉਸ ਟਿਕੇ ਹੋਏ ਨਾਮ ਨੂੰ ਕੀਤਾ ਪ੍ਰੇਮ, ਉਹਦੇ ਅੱਗੇ ਕੀਤੀ ਨਮਸਕਾਰ, ਉਸ ਨਾਮ ਦੀ ਕੀਤੀ ਪੂਜਾ, ਉਸ ਸ਼ਬਦ ਨਾਲ ਜੋੜੀ ਸੁਰਤ ਅੰਦਰ ਬੈਠ ਕੇ, ਪਿਆਰ ਵਿੱਚ ਭਿੱਜੀ ਹੋਈ ਸੁਰਤ। ਤਾਂ ਉੱਥੇ ਜੁੜਦਿਆਂ ਜੁੜਦਿਆਂ ਇੱਕ ਵਾਰੀ ਇੱਥੇ ਤੀਰਥ ਬਣ ਗਿਆ। ਉਹਨੂੰ ਕਿਹਾ ਅੰਤਰਗਤ ਤੀਰਥ ਮਲ ਨਾਓ। ਫਿਰ ਜਦੋਂ ਤੀਰਥ ਤੇ ਮੈਲ ਲੈ ਗਈ ਸਾਰੀ, ਗੁਣ ਪੈਦਾ ਹੋ ਗਏ, ਤਾਂ ਉਦੋਂ ਇਹ ਦਸ਼ਾ ਬਣੀ ਕਿ ਸਤ ਸੁਹਾਣ ਸਦੀਵ ਇੱਕ ਰਸ ਜੀਵਨ, ਜਿੱਥੇ ਦੁੱਖ ਸੁੱਖ ਨਹੀਂ ਵਿਆਪਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕੀਤੇ ਨੇ। ਬਾਹਰੋਂ ਵੇਖੀਏ ਤੇ ਜਿੰਨੇ ਦੁੱਖ ਗੁਰੂ ਸਾਹਿਬ ਨੂੰ ਸਰੀਰਕ ਤੌਰ ਤੇ ਆਏ, ਸਾਨੂੰ ਤੇ ਉਹਦਾ ਕਿਤੇ 1000ਵਾਂ ਹਿੱਸਾ ਵੀ ਨਹੀਂ। ਜੀਵਨ ਵੇਖੋ, ਕਦੀ ਪੜ੍ਹ ਕੇ ਵੇਖੋ ਉਹਨਾਂ ਦਾ ਜੀਵਨ ਇਤਿਹਾਸ, ਕਿੰਨੀਆਂ ਮੁਸ਼ਕਲਾਂ ਵਿੱਚੋਂ ਗੁਜ਼ਰੇ ਨੇ। ਕਿਤੇ ਤੱਤੀ ਤਵੀ ਤਪ ਰਹੀ ਹੈ, ਕਿਤੇ ਭੱਜ ਦੌੜ ਹੋ ਰਹੀ ਹੈ, ਕਿਤੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਜਾ ਰਿਹਾ ਹੈ, ਕਿਤੇ ਮਾਛੀਵਾੜੇ ਦਾ ਜੰਗਲ ਹੈ, ਕਿਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਔਰੰਗਜ਼ੇਬ ਕੋਲ ਜਾ ਰਹੇ ਨੇ, ਉੱਥੇ ਸਲਾਖਾਂ ਵਾਲੀ ਪਿੰਜਰੇ ਵਿੱਚ ਬੰਦ ਖੜੇ ਨੇ, ਉੱਥੇ ਕਤਲ ਕਰਨ ਦਾ ਹੁਕਮ ਦੇ ਦਿੱਤਾ ਜਾਂਦਾ ਹੈ। ਸਭ ਕੁਝ ਹੋ ਰਿਹਾ ਹੈ, ਪਰ ਇਹ ਸਾਰਾ ਕੁਝ ਉਸ ਸਮੁੰਦਰ ਦੇ ਬਾਹਰ ਹੋ ਰਿਹਾ, ਅੰਦਰ ਕੁਝ ਨਹੀਂ ਹੋ ਰਿਹਾ। ਉੱਥੇ ਸਿਰਫ ਇੱਕੋ ਹੈ, ਸਤ ਸੁਹਾਣ ਸਦਾ ਮਨ ਚਾਓ। ਇਹਨੂੰ ਲੱਭਣਾ ਹੈ, ਬਸ ਇਹਦੇ ਤੱਕ ਜਾਣਾ। ਇਹ ਹੈ ਪ੍ਰਯੋਜਨ ਸਿੱਖ ਦਾ, ਕਿ ਕਰਦਿਆਂ ਕਰਦਿਆਂ, ਸੇਵਾ ਕਰਦਿਆਂ, ਬਾਣੀ ਪੜ੍ਹਦਿਆਂ, ਸਿੱਖੀ ਕਮਾਉਂਦਿਆਂ ਕਮਾਉਂਦਿਆਂ ਸਾਡੇ ਹੱਥ ਵਿੱਚ ਉਹ ਸੂਤਰ ਆ ਜਾਏ, ਉਹ ਕਲਾ ਆ ਜਾਏ, ਉਹ ਜੁਗਤ ਆ ਜਾਏ ਕਿ ਸਾਡੇ ਬਾਹਰ ਜੋ ਕੁਝ ਵਾਪਰਦਾ ਉਹ ਅੰਦਰ ਨਾ ਜਾਏ, ਬਾਹਰੋਂ ਬਾਹਰੋਂ ਹੋਈ ਜਾਏ ਸਾਰਾ ਕੁਝ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਮੁਖ ਕੀ ਬਾਤ ਸਗਲ ਸਿਉ ਕਰਤਾ। ਮੂੰਹੋਂ ਹੁਣ ਇਸ ਪੱਖ ਦੇ ਵਿੱਚ ਮੂੰਹੋਂ ਜੋ ਮਰਜ਼ੀ ਬੋਲ ਰਿਹਾ ਹੈ, ਪਰ ਉਹ ਅੰਦਰ ਨਹੀਂ ਜਾਂਦਾ। ਇਸ ਕਰਕੇ ਕਹਿੰਦੇ ਨੇ ਬ੍ਰਹਮ ਗਿਆਨੀ ਦੇ ਜੀਵਨ ਦੇ ਉੱਤੇ ਬੋਲਣ ਦਾ, ਵੇਖਣ ਦਾ, ਇਹਨਾਂ ਚੀਜ਼ਾਂ ਦਾ ਅਸਰ ਨਹੀਂ ਪੈਂਦਾ। ਉਹ ਕੁਝ ਬੋਲ ਵੀ ਜਾਏ ਨਾ, ਤੁਸੀਂ ਪੜ੍ਹੋਗੇ ਸਵੇਰੇ ਆਸਾ ਦੀ ਵਾਰ ਦੇ ਸ਼ੰਤ ਦੇ ਅੰਦਰ ਕਿ ਜਿਨ ਅੰਤਰ ਹਰ ਹਰ ਪ੍ਰੀਤ ਹੈ, ਤੇ ਜਨ ਸੁਗੜ ਸਿਆਣੇ RAM ਰਾਜੇ। ਜੇ ਬਾਹਰੋਂ ਭੁੱਲ ਚੁੱਕ ਬੋਲਦੇ ਵੀ ਖਰੇ ਹਰ ਪਾਣੇ, ਰੱਬ ਨੂੰ ਫਿਰ ਵੀ ਚੰਗੇ ਲੱਗਦੇ ਨੇ। ਉਹ ਕਿਉਂ ਲੱਗਦੇ ਨੇ? ਕਿਉਂਕਿ ਉਹਨਾਂ ਦਾ ਜਿਹੜਾ ਇਹ ਬਾਹਰਲਾ ਢਾਂਚਾ ਹੈ ਨਾ, ਹੈ ਤਾਂ ਜੇ ਬੰਦਾ ਬ੍ਰਹਮ ਗਿਆਨੀ ਬਣੇ ਤੇ ਸਿੱਖ ਬਣ ਜਾਏ, ਉਹਦੇ ਤੋਂ ਪਹਿਲਾਂ ਨਹੀਂ। ਉਹਦੇ ਤੋਂ ਪਹਿਲਾਂ ਗਲਤ ਬੋਲਣਾ ਪਾਪ ਹੈ। ਜਦੋਂ ਕੋਈ ਉਹਦੇ ਨਾਲ ਅੰਦਰੋਂ ਜੁੜ ਜਾਏ ਤੇ ਉਹਦੇ ਸਰੀਰ ਦੀ ਬਾਹਰਲੀ ਕਿਰਿਆ ਦਾ ਅੰਦਰ ਪ੍ਰਭਾਵ ਨਹੀਂ ਪੈਂਦਾ। ਮੁਖ ਕੀ ਬਾਤ ਸਗਲ ਸਿਉ ਕਰਤਾ, ਜੀ ਸੰਗ ਪ੍ਰਭ ਆਪਣਾ ਧਰਤਾ। ਅੰਦਰ ਨਹੀਂ ਜਾਣ ਦਿੰਦਾ ਉਸ ਨੂੰ।
ਉਹਨੇ ਅੰਦਰ ਇੱਕ ਦਰਵਾਜ਼ਾ ਲਾ ਦਿੱਤਾ ਹੈ ਕਿ ਬਾਹਰਲੇ ਜੀਵਨ ਦਾ ਅੰਦਰ ਪਰਛਾਵਾਂ ਨਹੀਂ ਪੈਣ ਦਿੰਦਾ। ਇਹ ਬਣਦੀ ਬੜੀ ਔਖੀ ਗੱਲ ਹੈ। ਤਾਂ ਉਧਰ ਤੱਕਿਆਂ ਇਉਂ ਲੱਗਦਾ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਇੱਕ ਐਸੇ ਜੀਵਨ ਦੀ ਵਿਆਖਿਆ ਕੀਤੀ ਕਿ ਬਾਹਰਲੀ ਜਿਹੜੀ ਤਪਸ਼ ਹੈ ਬੰਦੇ ਦੇ ਅੰਦਰ ਨਾ ਜਾਏ। ਉਹਨਾਂ ਦਾ ਜੀਵਨ ਦੇਖੋ, ਜਿੱਦਣ ਤੋਂ ਉਹ ਸੇਵਾ ਵਿੱਚ ਆਏ ਬਾਹਰੋਂ ਤਪਸ਼ਾਂ ਪੈਣ ਲੱਗ ਪਈਆਂ, ਕਦੀ ਭਰਾ ਦੀਆਂ, ਪ੍ਰਿਥੀ ਚੰਦ ਦੀਆਂ, ਕਦੀ ਉਹ ਸਾਜ਼ਿਸ਼ ਕਰਦਾ ਹੈ ਉਹਨਾਂ ਦੇ ਇਕਲੌਤੇ ਪੁੱਤਰ ਨੂੰ ਮਰਵਾਉਣ ਵਾਸਤੇ, 4 ਵਾਰੀ ਹਮਲੇ ਕਰਵਾਉਂਦਾ ਹੈ, ਪਰ ਬਾਹਰਲੀ ਤਪਸ਼ ਅੰਦਰ ਨਹੀਂ ਜਾਣ ਦਿੱਤੀ। ਕਦੀ ਫਿਰ ਸੁਲਹੀ ਖਾਨ ਚੜ੍ਹ ਕੇ ਆਉਂਦਾ ਹੈ, ਕਦੀ ਸੁਲਭੀ ਖਾਨ ਚੜ੍ਹ ਕੇ ਆਉਂਦਾ ਹੈ, ਕਈ ਕੁਝ ਹੋਇਆ ਹੈ। ਪਰ ਉਹਨਾਂ ਨੇ ਜੀਵਨ ਦੇ ਮਾਨੋ 2 ਹਿੱਸੇ ਕਰ ਦਿੱਤੇ ਕਿ ਮੁਖ ਕੀ ਬਾਤ ਸਗਲ ਸਿਉ ਕਰਤਾ। ਫਿਰ ਬਾਹਰਲੇ ਸਰੀਰ ਦੀ ਕਿਰਿਆ ਦਾ ਅਸਰ ਬੰਦੇ ਦੇ ਮਨ ਤੇ ਕੋਈ ਨਹੀਂ ਪੈਂਦਾ, ਭਾਵੇਂ ਕਿ ਉਹ ਫਿਰ ਵੀ ਮਰਿਆਦਾ ਵਿੱਚ ਰਹਿੰਦਾ ਹੈ, ਪਰ ਇਸ ਤਰ੍ਹਾਂ ਦੀ ਦਸ਼ਾ ਇੱਕ ਸਿੱਖ ਦਾ ਜੀਵਨ ਆਉਂਦਾ ਹੈ। ਇਹ ਢਾਕੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਹੋਇਆ। ਤਾਂ ਉਹਨੇ ਜਦੋਂ ਉੱਥੇ ਕਈ ਵਾਰੀ ਉਹ ਕਿਸੇ ਨੂੰ ਕਬੋਲ ਵੀ ਬੋਲ ਦਿੰਦਾ ਸੀ, ਕਬੋਲ ਬੋਲਦਾ ਸੀ, ਕਈ ਵਾਰੀ ਬਾਹਰੋਂ ਗਲਤ ਵੀ ਬੋਲ ਜਾਂਦਾ। ਤਾਂ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਗਏ, ਸਾਰਾ ਇਲਾਕਾ ਇਕੱਠਾ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਆ ਕੇ ਉਹਨਾਂ ਨੇ ਸ਼ਿਕਾਇਤ ਕਰ ਦਿੱਤੀ ਕਿ ਆਹ ਜਿਹੜਾ ਸਿੱਖ ਹੈ ਇਹ ਸੰਗਤ ਨੂੰ ਬਹੁਤ ਗਲਤ ਬੋਲਦਾ ਹੈ, ਅੱਗੇ ਪਿੱਛੇ ਬੋਲ ਜਾਂਦਾ ਹੈ, ਬੁਰਾ ਭਲਾ ਕਹਿ ਦਿੰਦਾ ਹੈ, ਇਹਦੇ ਸ਼ਬਦ ਠੀਕ ਨਹੀਂ ਹੁੰਦੇ। ਉਸ ਗੁਰਸਿੱਖ ਨੂੰ ਬੁਲਾਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਸਾਰਿਆਂ ਨੇ ਸੋਚਿਆ ਵੀ ਹੁਣ ਇਹਨੂੰ ਝਿੜਕ ਪਏਗੀ, ਇਹਦੀ ਬੇਇੱਜ਼ਤੀ ਕੀਤੀ ਜਾਏਗੀ, ਇਹਨੂੰ ਦੁਰਕਾਰ ਦਿੱਤਾ ਜਾਏਗਾ, ਪਰ ਨਹੀਂ। ਸਤਿਗੁਰਾਂ ਨੇ ਬੁਲਾਇਆ ਜ਼ਰੂਰ, ਬੁਲਾ ਕੇ ਉਹਦੀ ਬਾਂਹ ਫੜ ਲਈ, ਕੁਝ ਨਹੀਂ ਕਿਹਾ, ਕੋਈ ਗੱਲ ਨਹੀਂ ਕਹੀ, ਕੋਲ ਬਿਠਾ ਲਿਆ। ਸਾਰੇ ਹੈਰਾਨ ਹੋ ਗਏ, ਕਹਿਣ ਲੱਗੇ ਮਹਾਰਾਜ ਇੰਨੇ ਗਲਤ ਬੋਲਣ ਵਾਲੇ ਬੰਦੇ ਨੂੰ ਇੰਨਾ ਸਤਿਕਾਰ, ਅਸੀਂ ਇੰਨੇ ਜਣੇ ਆਏ। ਸਤਿਗੁਰਾਂ ਨੇ ਕਿਹਾ ਭਾਈ ਤੁਸੀਂ ਵੀ ਠੀਕ ਹੋ, ਇਹ ਵੀ ਠੀਕ ਹੈ। ਸੱਚ ਇਹ ਹੈ ਇਸ ਬੰਦੇ ਦੇ ਹੁਣ ਜੀਵਨ ਦੇ 2 ਹਿੱਸੇ ਬਣ ਗਏ ਨੇ। ਇਹ ਬਾਹਰੋਂ ਤੁਹਾਨੂੰ ਗਲਤ ਬੋਲਦਾ ਹੈ ਤੇ ਅੰਦਰੋਂ ਤੁਹਾਡਾ ਭਲਾ ਸੋਚਦਾ ਹੈ, ਅੰਦਰੋਂ ਤੁਹਾਡਾ ਭਲਾ ਕਰਨਾ ਚਾਹੁੰਦਾ ਹੈ। ਇਹਦੇ ਅੰਦਰ ਨਹੀਂ, ਇਹਦਾ ਇਹ ਜਿਹੜੇ ਸ਼ਬਦ ਨੇ ਇਸ ਤਰ੍ਹਾਂ ਹੈ ਕਿ ਜਿਵੇਂ ਪਾਣੀ ਦੇ ਉੱਤੇ ਸੋਟੀ ਲੈ ਕੇ ਲੀਕ ਵਾਹ ਦਿਓ, ਉਸੇ ਟਾਈਮ ਮਿਟ ਜਾਂਦੀ ਹੈ। ਇਹਦਾ ਕ੍ਰੋਧ ਇਸ ਤਰ੍ਹਾਂ ਦਾ ਹੈ ਜਿਵੇਂ ਬੱਚੇ ਦਾ ਜੀਵਨ ਹੈ ਨਾ, ਬ੍ਰਹਮ ਗਿਆਨੀ ਤੇ ਬੱਚੇ ਦਾ ਸੁਭਾਵ ਇੱਕ ਹੁੰਦਾ ਹੈ। ਹੁਣੇ ਤੁਸੀਂ ਬੱਚੇ ਨਾਲ, ਬੱਚਾ ਜਿਹੜਾ ਉਹਨੂੰ ਕ੍ਰੋਧਿਤ ਹੋ ਕੇ ਕੁਝ ਬੋਲ ਦਿਓ, ਉਹ ਗੁੱਸੇ ਵਿੱਚ ਇੱਕ ਵਾਰੀ ਆਏਗਾ, ਥੋੜੇ ਚਿਰ ਬਾਅਦ ਭੁੱਲ ਜਾਏਗਾ, ਚੇਤੇ ਵਿੱਚ ਨਹੀਂ ਰਹੇਗਾ ਉਸ ਨੂੰ। ਤਾਂ ਇਹ ਉਹਦੀ ਨਿਸ਼ਾਨੀ ਹੈ ਗੁਰਮੁਖ ਦੀ ਕਿ ਉਹਦੇ ਮਨ ਦੇ ਉੱਤੇ ਜੋ ਕੁਝ ਵੀ ਆਉਂਦਾ ਹੈ ਨਾ, ਬਾਹਰੋਂ ਕ੍ਰੋਧ ਆਇਆ ਜਾਂ ਹੋਰ ਚੀਜ਼ਾਂ ਆਈਆਂ ਮਨ ਦੇ ਉੱਤੇ, ਉਹ ਇਸ ਤਰ੍ਹਾਂ ਨੇ ਜਿਵੇਂ ਪਾਣੀ ਦੇ ਵਿੱਚ ਸੋਟੀ ਲੈ ਕੇ ਲਕੀਰ ਫੇਰ ਦਿਓ, ਲਕੀਰ ਬਣਦੀ ਹੈ ਤੇ ਨਾਲੋਂ ਨਾਲ ਮਿਟੀ ਜਾਂਦੀ ਹੈ। ਲਕੀਰ ਬਣਦੀ ਹੈ ਤੇ ਨਾਲੋਂ ਨਾਲ ਮਿਟੀ ਜਾਂਦੀ, ਉਹਨੂੰ ਯਾਦ ਨਹੀਂ ਰਹਿੰਦਾ ਮੈਂ ਕਿਹਦੇ ਨਾਲ ਲੜਿਆ ਸੀ। ਤੁਸੀਂ ਵੇਖੋਗੇ ਕਿ ਪਰਿਵਾਰਾਂ ਦੇ ਵਿੱਚ, ਸੰਸਾਰ ਦੇ ਵਿੱਚ ਤਾਂ ਇਸ ਤਰ੍ਹਾਂ ਚੱਲਦਾ ਹੈ ਕਿ 5-5 ਸਾਲ ਪੁਰਾਣੀਆਂ ਗੱਲਾਂ ਅਸੀਂ ਮਨ ਵਿੱਚ ਲਿਖ ਕੇ ਰੱਖੀਆਂ ਨੇ। ਇਸ ਵਕਤ ਇਹਨੇ ਮੈਨੂੰ ਇਹ ਕਿਹਾ ਸੀ, ਜਦੋਂ ਕਿਤੇ ਬੈਠਕ ਹੁੰਦੀ ਹੈ, ਕਿਤੇ ਇਕੱਠ ਹੁੰਦਾ ਹੈ, ਕਿਤੇ ਲੜਾਈ ਝਗੜਾ ਹੁੰਦਾ ਹੈ, ਤੇ ਉੱਥੇ ਇੱਕ ਗੱਲ ਬੰਦਾ ਹੂਬਹੂ ਟੁੱਕ ਕੇ ਕਰਦਾ ਵੀ ਇਹਨੇ ਮੈਨੂੰ ਇੱਥੇ ਕਿਹਾ ਸੀ। ਸਾਰੇ ਸ਼ਬਦ ਯਾਦ ਨੇ, ਸਾਰੇ ਸ਼ਬਦ ਚੇਤੇ ਨੇ। ਇੱਕ ਗੱਲ ਯਾਦ ਰੱਖਣਾ, ਗੁਰਬਾਣੀ ਜੀਵਨ ਦੇ ਵਿੱਚ ਕੰਮ ਕਰ ਰਹੀ ਹੈ, ਇਹਦੀ ਇੱਕ ਨਿਸ਼ਾਨੀ ਹੋਵੇਗੀ। ਕਈ ਗੁਰਮੁਖ ਤੁਸੀਂ ਦੇਖੋਗੇ ਉਹਨਾਂ ਨੂੰ ਕੁਝ ਭੁੱਲਣ ਲੱਗ ਪੈਂਦਾ, ਚੇਤਾ ਭੁੱਲਣ ਲੱਗ ਜਾਂਦਾ ਚੀਜ਼ਾਂ ਦਾ। ਜਿਹੜੇ ਜ਼ਿਆਦੇ ਅਭਿਆਸੀ ਨੇ ਉਹਨਾਂ ਦੇ ਜੀਵਨ ਵਿੱਚ ਇੱਕ ਘਟਨਾ ਵਾਪਰਦੀ ਆਰਜੀ ਤੌਰ ਤੇ, ਉਹਨਾਂ ਦੇ ਜੀਵਨ ਵਿੱਚ ਘਟਨਾ ਵਾਪਰਦੀ ਏ, ਕਈ ਵਾਰੀ ਉਹਨਾਂ ਨੂੰ ਭੁੱਲਦਾ ਹੈ, ਚੇਤਾ ਭੁੱਲ ਜਾਂਦਾ ਹੈ।
ਆਪਣਾ ਕੋਈ ਨੰਬਰ, ਕੋਈ ਐਡਰੈਸ ਵੀ ਯਤਨ ਕਰਕੇ ਬੜਾ ਉਹਨਾਂ ਨੂੰ ਖੋਜਣਾ ਪੈਂਦਾ ਹੈ, ਬੜਾ ਯਤਨ ਕਰਨਾ ਪੈਂਦਾ ਹੈ ਨਾਂ ਦੱਸਣ ਵਾਸਤੇ, ਐਡਰੈਸ ਦੱਸਣ ਵਾਸਤੇ। ਇਹੋ ਜਿਹਾ ਕੰਮ ਉਹਨਾਂ ਨੂੰ ਚੱਕਰਬਾਜੀ ਭਾਸਦਾ ਹੈ, ਬੜਾ ਕੁਝ ਭੁੱਲਦਾ ਹੈ। ਪਰ ਇਹਨੂੰ ਕੋਈ ਗਲਤ ਨਾ ਸਮਝਣਾ, ਇਹ ਜੀਵਨ ਵਿੱਚ ਇੱਕ ਠੀਕ ਸਿਗਨਲ ਹੈ ਕਿ ਸੰਸਾਰਕ ਚੀਜ਼ਾਂ ਭੁੱਲਣ ਲੱਗ ਪਈਆਂ। ਇਹਦਾ ਮਤਲਬ ਇਹ ਅਤੀਤ ਨਾਲੋਂ ਸੰਬੰਧ ਟੁੱਟਦਾ ਜਾ ਰਿਹਾ ਹੈ। ਜਿਹੜੀ ਜ਼ਿੰਦਗੀ ਪਹਿਲਾਂ ਲੰਘ ਚੁੱਕੀ ਉਹਦੇ ਨਾਲੋਂ ਅੰਦਰ ਟੁੱਟ ਰਿਹਾ, ਦੂਰ ਹੁੰਦਾ ਜਾ ਰਿਹਾ ਹੈ। ਆਦਮੀ ਵਰਤਮਾਨ ਵਿੱਚ ਆ ਰਿਹਾ, ਉਹਦਾ ਧਿਆਨ ਅੱਗੇ ਪਿੱਛੇ ਨਹੀਂ ਜਾਂਦਾ। ਤਾਂ ਇਸ ਤਰ੍ਹਾਂ ਉਹਦੇ ਅੰਦਰੋਂ ਭੁੱਲਦੀਆਂ ਨੇ। ਉਹਦੇ ਜੀਵਨ ਦੇ ਵਿੱਚ ਇਸ ਤਰ੍ਹਾਂ ਦਾ ਵਿਅਕਤੀ ਹੀ ਦੁੱਖਾਂ ਤੋਂ ਛੁੱਟ ਸਕਦਾ ਹੈ। ਉਹਨੂੰ ਜੀਵਨ ਮੁਕਤ ਕਹਿੰਦੇ ਨੇ, ਉਹਦੇ ਬੰਧਨ ਟੁੱਟ ਜਾਂਦੇ ਨੇ। ਉਹ ਕਦੀ ਵੀ ਕ੍ਰੋਧ ਵਿੱਚ ਨਹੀਂ ਆਉਂਦਾ। ਯਾਦ ਰੱਖਣਾ, ਗੁਰੂ ਹਰਗੋਬਿੰਦ ਸਾਹਿਬ ਜਦੋਂ ਗਵਾਲੀਅਰ ਦੇ ਕਿਲੇ ਤੋਂ ਰਿਹਾ ਹੋਏ, ਸਾਈਂ ਮੀਆਂ ਮੀਰ ਉੱਥੇ ਗਏ ਸਨ। ਜਹਾਂਗੀਰ ਨੇ ਬੁਲਾਇਆ ਸੀ, ਬਿਮਾਰ ਪੈ ਗਿਆ ਸੀ। ਉਹਦੀ ਘਰਵਾਲੀ ਨੂਰ ਜਹਾਂ ਸਾਈਂ ਮੀਆਂ ਮੀਰ ਦੀ ਸ਼ਾਗਿਰਦ ਸੀ ਲਾਹੌਰ ਵਿੱਚ। ਤਾਂ ਉਹਨੇ ਬੁਲਾਇਆ ਤੇ ਕਿਹਾ ਵੀ ਜਹਾਂਗੀਰ ਮੌਤ ਦੇ ਨੇੜੇ ਆ ਗਿਆ, ਕੋਈ ਦਵਾਈ ਨਹੀਂ ਲੱਗਦੀ, ਕੋਈ ਇਹਨੂੰ ਦੁਆ ਨਹੀਂ ਲੱਗ ਰਹੀ। ਸਾਈਂ ਮੀਆਂ ਮੀਰ ਜੀ ਦੇ ਨਾਲ ਹੋਰ ਵੀ ਮੰਨੇ ਪਰਮੰਨੇ ਪੀਰ ਫਕੀਰ ਸਨ, ਰੱਬ ਨੂੰ ਪਹੁੰਚੇ ਹੋਏ। ਤਾਂ ਉਹਨਾਂ ਨੇ ਬੇਨਤੀ ਕੀਤੀ, ਅਰਦਾਸ ਕਰੋ ਇਹ ਬਚ ਜਾਏ। ਪਰ ਸਾਈਂ ਮੀਆਂ ਮੀਰ ਨੇ ਅਰਦਾਸ ਕੀਤੀ, ਕਹਿਣ ਲੱਗਾ ਨਹੀਂ, ਜਿਹਦੇ ਅੱਗੇ ਮੈਂ ਦੁਆ ਕੀਤੀ ਹੈ, ਅਰਦਾਸ ਕੀਤੀ ਹੈ, ਉਹ ਹੁਣ ਆਪਣੇ ਤਖਤ ਤੇ ਨਹੀਂ। ਜਿਸ ਖੁਦਾ ਕੋਲ ਮੈਂ ਅਰਦਾਸ ਕਰਨ ਗਿਆ ਉੱਥੇ ਮਿਲਿਆ ਨਹੀਂ ਮੈਨੂੰ। ਅੱਗੇ ਮਿਲਦਾ ਸੀ, ਉੱਥੇ ਮੈਨੂੰ ਮਿਲਿਆ ਨਹੀਂ, ਕਿਤੇ ਗਿਆ ਹੋਇਆ, ਮੈਂ ਲੱਭ ਲਵਾਂ ਕਿੱਥੇ ਹੈ। ਫਿਰ ਉਹਨੂੰ ਕਵਾਂਗਾ ਵੀ ਜਹਾਂਗੀਰ ਨੂੰ ਠੀਕ ਕਰ ਦਿਓ। ਇੱਕ ਤਰੀਕਾ ਸੀ ਉਹਨਾਂ ਦਾ, ਔਰ ਸੱਚਾਈ ਵੀ ਸੀ। ਫਿਰ ਥੋੜੇ ਚਿਰ ਬਾਅਦ ਕਹਿਣ ਲੱਗੇ, ਜਹਾਂਗੀਰ ਮੈਂ ਉਸ ਖੁਦਾ ਨੂੰ ਲੱਭ ਲਿਆ, ਉਹ ਆਪਣੇ ਤਖਤ ਤੇ ਨਹੀਂ, ਉਹ ਆਪਣੀ ਜੰਨਤ ਵਿੱਚ, ਆਪਣੇ ਸੱਚਖੰਡ ਵਿੱਚ ਨਹੀਂ ਹੈ, ਉਹ ਕਿਤੇ ਹੋਰ ਗਿਆ ਸੀ, ਮੈਂ ਖੋਜ ਲਿਆ। ਪੁੱਛਿਆ ਕਿੱਥੇ ਹੈ? ਕਹਿਣ ਲੱਗੇ ਉਹ ਖੁਦਾ ਗਵਾਲੀਅਰ ਦੇ ਕਿਲੇ ਵਿੱਚ ਇੱਕ ਕਮਰੇ ਵਿੱਚ ਬੈਠਾ, ਤੂੰ ਕੈਦ ਕੀਤਾ ਹੋਇਆ। ਜਹਾਂਗੀਰ ਹੈਰਾਨ ਹੋ ਗਿਆ, ਉਹਦੇ ਜੀਵਨ ਵਿੱਚ ਹਲਚਲ ਮਚ ਗਈ। ਕਹਿਣ ਲੱਗੇ ਇਹ ਗੱਲ ਹੈ, ਇਸਲਾਮ ਤੇ ਕਦੀ ਮੰਨਦਾ ਹੀ ਨਹੀਂ ਵੀ ਰੱਬ ਮੰਦਾ ਖੁਦਾ ਹੋ ਸਕਦਾ ਹੈ। ਕਹਿਣ ਲੱਗੇ ਉਹ ਗੱਲ ਠੀਕ ਹੈ, ਮੈਂ ਸਰੀਰਾਂ ਨੂੰ ਰੱਬ ਨਹੀਂ ਮੰਨਦਾ, ਪਰ ਕਈ ਸਰੀਰਾਂ ਦੇ ਵਿੱਚ ਰੱਬ ਇੰਨਾ ਗੂੜਾ ਹੋ ਜਾਂਦਾ ਹੈ, ਇੰਨਾ ਪ੍ਰਗਟ ਹੋ ਜਾਂਦਾ ਹੈ ਵੀ ਮੈਂ ਉਹਨਾਂ ਨੂੰ ਰੱਬ ਮੰਨਣ ਵਾਸਤੇ ਮਜਬੂਰ ਹੋ ਜਾਂਦਾ। ਇਹ ਮੇਰੀ ਮਜਬੂਰੀ ਹੈ। ਉਹ ਖੁਦਾ ਹੁਣ ਕਹਿਣ ਲੱਗੇ ਉਹਦਾ ਰੂਪ ਨੇ। ਫਿਰ ਜਦੋਂ ਛੱਡੇ ਗਏ, ਮੈਂ ਜਿਹੜੀ ਗੱਲ ਕਰ ਰਿਹਾ ਸੀ, ਜਹਾਂਗੀਰ ਨੇ ਆਜ਼ਾਦ ਕੀਤਾ ਤੇ ਇੱਧਰ ਜਦੋਂ ਆ ਕੇ ਬੈਠੇ, ਸਾਰੀ ਗੱਲ ਚੱਲੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੀ। ਜਹਾਂਗੀਰ ਨੇ ਕਿਹਾ ਇਹਦੇ ਵਾਸਤੇ ਦੀਵਾਨ ਚੰਦੂ ਜ਼ਿੰਮੇਵਾਰ ਹੈ, ਉਹਨੂੰ ਫੜਾ ਦਿੱਤਾ ਗਿਆ। ਸਤਿਗੁਰਾਂ ਦੇ ਅੱਗੇ ਪੇਸ਼ ਕੀਤਾ, ਇਹਦੇ ਨਾਲ ਜੋ ਮਰਜ਼ੀ ਕਰ ਲਓ। ਉਹਦਾ ਪਰਿਵਾਰ, ਉਹਦਾ ਪੁੱਤਰ ਵੀ ਪੇਸ਼ ਕਰ ਦਿੱਤਾ ਗਿਆ। ਗ੍ਰਿਫਤਾਰ ਕਰ ਲਿਆ ਸਿੱਖਾਂ ਨੇ। ਗੁਰੂ ਹਰਗੋਬਿੰਦ ਸਾਹਿਬ ਵੇਖੋ, ਜਿਹਦਾ ਪਿਤਾ 12 ਸਾਲ ਦੀ ਉਮਰ ਵਿੱਚ ਆਮ ਹਾਲਤ ਵਿੱਚ ਨਹੀਂ, ਕਿ ਜਿਹਦੇ ਸਰੀਰ ਦੇ ਉੱਤੇ ਰੇਤਾ ਪਾਇਆ ਹੋਵੇ, ਕਈ ਦਿਨ ਪਾਣੀ ਵਿੱਚ ਉਬਾਲਿਆ ਹੋਵੇ ਜਿਸ ਦੇ ਪਿਤਾ ਨੂੰ, ਔਰ ਤੱਤੀ ਤਵੀ ਤੇ ਬਿਠਾ ਕੇ ਫਿਰ ਪਾਣੀ ਵਿੱਚ ਰੋੜਿਆ ਹੋਵੇ ਦਰਿਆ ਵਿੱਚ। ਮੌਤ ਵੀ ਕਈ ਤਰ੍ਹਾਂ ਦੀ ਹੁੰਦੀ ਨਾ। ਤਾਂ ਐਸੀ ਹਾਲਤ ਵਿੱਚ ਪਿਤਾ ਦੀ ਸ਼ਹਾਦਤ ਹੋਈ ਹੋਵੇ ਤੇ ਉਹਦਾ ਜਿਹੜਾ ਕਾਤਲ ਸਾਹਮਣੇ, ਜਿਹਨੇ ਐਕਸ਼ਨ ਕੀਤਾ ਹੱਥੀਂ, ਚੰਦੂ ਸਾਹਮਣੇ ਖੜਾ, ਉਹਦਾ ਪਰਿਵਾਰ ਵੀ। ਜੇ ਇੱਕ ਸੰਸਾਰੀ ਮਨ ਹੁੰਦਾ ਕਹਿੰਦੇ ਇੱਥੇ ਹੀ ਕਤਲ ਕਰ ਦਿਓ, ਪਰ ਇਤਿਹਾਸ ਕਹਿੰਦਾ ਹੈ ਸਤਿਗੁਰਾਂ ਨੇ ਉੱਥੇ ਕਹਿ ਦਿੱਤਾ ਇਹਨਾਂ ਸਾਰਿਆਂ ਨੂੰ ਰਿਹਾ ਕਰ ਦਿਓ, ਛੱਡ ਦਿਓ। ਇਹ ਬਚਨ ਕਹੇ ਉਹਨਾਂ ਨੇ। ਇਹ ਕੀ ਕਾਰਨ ਹੈ? ਕਿਉਂਕਿ ਉੱਥੇ ਜਿਹੜਾ ਕ੍ਰੋਧ ਵੀ ਹੈ ਉਹ ਵੀ ਇਸ ਤਰ੍ਹਾਂ ਜਿਵੇਂ ਪਾਣੀ ਦੇ ਉੱਤੇ ਲੀਕ, ਨਾਲੋਂ ਨਾਲ ਬਣਦੀ, ਨਾਲੋਂ ਨਾਲ ਮਿਟ ਜਾਂਦੀ। ਛੱਡਣ ਦਾ ਹੁਕਮ ਦਿੱਤਾ, ਛੱਡ ਦਿੱਤਾ ਗਿਆ ਇੱਕ ਵਾਰੀ। ਪਰ ਭਾਈ ਬਿਧੀ ਚੰਦ ਹੋਰਾਂ ਨੇ ਕਿਹਾ ਵੀ ਪਰਿਵਾਰ ਛੱਡ ਦਿੰਦੇ ਆ, ਇਹਨੂੰ ਨਹੀਂ ਛੱਡਣਾ ਅਸੀਂ। ਫਿਰ ਉਹਨੂੰ ਨੱਥ ਪਾ ਲਈ,
ਉਹਨੂੰ ਮਾਰਿਆ, ਸਬਕ ਦਿੱਤਾ, ਇਹ ਗੱਲ ਵੱਖਰੀ ਹੈ। ਤਾਂ ਜਿਹਦੇ ਜੀਵਨ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਕਿ ਜਿਸ ਮਨੁੱਖ ਤੇ ਗੁਰੂ ਦੀ ਕਿਰਪਾ ਹੋ ਜਾਏ ਉਹੀ ਉਹਦੇ ਵਿੱਚ ਲੀਨ ਹੁੰਦਾ ਹੈ, ਔਰ ਉਹਦੇ ਜੀਵਨ ਵਿੱਚ ਦੁੱਖ ਤੇ ਸੁੱਖ ਇੱਕ ਬਰਾਬਰ ਹੋ ਜਾਂਦੇ ਨੇ। ਗੁਰ ਕਿਰਪਾ ਜਿਹ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਉਹਦੇ ਜੀਵਨ ਦੀ ਦਸ਼ਾ ਕੀ ਹੈ? ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ, ਨੈ ਨਿੰਦਿਆ ਨੈ ਉਸਤਤ ਜਾਂਕੈ, ਲੋਭ ਮੋਹ ਅਭਮਾਨੈ। ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਤੇ ਉੱਠ ਜਾਂਦਾ, ਉੱਚਾ ਚਲਾ ਜਾਂਦਾ। ਤਾਂ ਇਹ ਜਿਹੜੀ ਇੱਕ ਪੰਕਤੀ ਕਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿ ਸਤ ਸੁਹਾਨ ਸਦਾ ਮਨ ਚਾਓ, ਇਹ ਗੁਰਮੁਖ ਦੇ ਜੀਵਨ ਦੀ ਸਦੀਵ ਕਾਲ ਦੀ ਅਵਸਥਾ ਹੈ। ਇਹ ਪੈਦਾ ਕਿਵੇਂ ਹੁੰਦੀ ਹੈ, ਪ੍ਰਾਪਤ ਕਿਵੇਂ ਹੁੰਦੀ? ਸਾਹਿਬ ਦੇ ਇਹ ਬਚਨ ਥੋੜ੍ਹੇ ਜਿਹਾ ਸਮਝਣ ਵਾਲੇ ਹਨ। ਪੰਕਤੀ ਬੜੀ ਪਿਆਰੀ ਹੈ, ਆਪਾਂ ਆਰੰਭ ਤੋਂ ਅਰਥ ਜੋੜੀਏ। ਸਵਸਤ ਆਥ ਬਾਣੀ ਬਰਮਾਓ। ਟੀਕਿਆਂ ਵਿੱਚ ਜਿਹੜੇ ਅਰਥ ਕੀਤੇ ਗਏ ਇਸ ਪੰਕਤੀ ਦੇ, ਉੱਥੇ ਆਥ ਦੇ ਅਰਥ ਮਾਇਆ ਕੀਤੇ ਗਏ ਨੇ। ਕਈ ਤਰ੍ਹਾਂ ਦੇ ਅਰਥ ਨੇ, ਮੈਂ ਉਹਨਾਂ ਵੱਲ ਨਹੀਂ ਜਾਣਾ ਚਾਹੁੰਦਾ, ਪਰ ਇਹ ਜਿਹੜਾ ਆਥ ਸ਼ਬਦ ਹੈ, ਜੇ ਇਹਦੇ ਅਰਥ ਮਾਇਆ ਕਰੀਏ ਤੇ ਇਸ ਸਾਰੀ ਪੌੜੀ ਦੇ ਵਿੱਚ ਮਾਇਆ ਦਾ ਕਿਤੇ ਵੀ ਜ਼ਿਕਰ ਹੈ ਨਹੀਂ। ਜਦੋਂ ਵੀ ਕਿਸੇ ਸ਼ਬਦ ਦੇ ਅਰਥ ਕਰਾਂਗੇ ਨਾ, ਉਸ ਸ਼ਬਦ ਦੇ ਵਿੱਚ ਉਹਦੇ ਨਾਲ ਮਿਲਦਾ, ਉਹਨਾਂ ਅਰਥਾਂ ਦੇ ਨਾਲ ਮਿਲਦੇ ਹੋਏ ਅਰਥ ਹੋਣੇ ਚਾਹੀਦੇ ਨੇ, ਤਾਂ ਉਹ ਅਰਥ ਸਹੀ ਮੰਨੇ ਜਾਂਦੇ। ਪਰ ਇਸ ਪੌੜੀ ਦੇ ਵਿੱਚ ਆਤ ਸ਼ਬਦ ਦੇ ਅਰਥ ਭਾਵੇਂ ਮਾਇਆ ਹੈਣ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਪਰ ਇਸ ਪੌੜੀ ਵਿੱਚ ਕਿਤੇ ਵੀ ਮਾਇਆ ਦਾ ਟੌਪਿਕ ਨਹੀਂ ਚੱਲਦਾ, ਮਾਇਆ ਦਾ ਰੂਪ ਨਹੀਂ ਦਰਸਾਇਆ ਗਿਆ। ਇਹਦੇ ਵਿੱਚ ਤੇ ਆਰੰਭ ਦੇ ਅੰਦਰ ਤੀਰਥਾਂ ਦਾ ਜ਼ਿਕਰ ਹੈ, ਫਿਰ ਨਾਮ ਨੂੰ ਸੁਣਨ ਤੇ ਮੰਨਣ ਤੇ ਤੀਰਥ ਇਸ਼ਨਾਨ ਅੰਤਰਗਤ ਇਸ਼ਨਾਨ ਕਰਨ ਦੀ ਗੱਲ ਹੈ, ਅੱਗੇ ਗੁਣਾਂ ਨੂੰ ਧਾਰਨ ਕਰਨ ਦੀ ਗੱਲ ਹੈ। ਇਸ ਤੋਂ ਅੱਗੇ ਫਿਰ ਅਕਾਲ ਪੁਰਖ ਵਾਹਿਗੁਰੂ ਦੀ ਰਚਨਾ ਦੀ ਬੇਅੰਤਤਾ ਦੱਸੀ ਗਈ ਵੀ ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਕਿਤੇ ਵੀ ਮਾਇਆ ਦਾ ਕੋਈ ਵੀ ਵਿਸ਼ਾ ਹੈ ਨਹੀਂ। ਇਸ ਕਰਕੇ ਇਹ ਜਿਹੜਾ ਲਫ਼ਜ਼ ਹੈ ਸਵਸਤ ਆਥ ਬਾਣੀ ਬਰਮਾਓ, ਤੁਸੀਂ ਜਪਜੀ ਸਾਹਿਬ ਹਰ ਰੋਜ਼ ਪੜ੍ਹਦੇ ਹੋ, ਤੇ ਘੱਟੋ ਘੱਟ ਇਸ ਵਕਤ ਦੇ ਅੰਦਰ ਸਿੱਖ ਨੂੰ ਇਹ ਯਤਨ ਕਰਨਾ ਚਾਹੀਦਾ ਹੈ ਕਿ ਉਹਨੂੰ ਜਪਜੀ ਸਾਹਿਬ ਦੇ ਜ਼ਿਆਦਾ ਡੂੰਘੇ ਨਹੀਂ ਤੇ ਕੁਝ ਨਾ ਕੁਝ ਅਰਥ ਪੜ੍ਹਨੇ ਸਿੱਖਣੇ ਜ਼ਰੂਰ ਚਾਹੀਦੇ, ਉਹਦੇ ਉੱਤੇ ਟਾਈਮ ਲਾਉਣਾ ਚਾਹੀਦਾ, ਕਿਉਂਕਿ ਰੋਜ਼ ਪੜ੍ਹਨ ਵਾਲੀ ਬਾਣੀ ਹੈ, ਹਰ ਰੋਜ਼ ਪੜ੍ਹੀ ਜਾਂਦੀ ਹੈ। ਤੇ ਜਦੋਂ ਅਰਥਾਂ ਦੇ ਨਾਲ ਬਾਣੀ ਪੜ੍ਹੀ ਜਾਏ, ਪਹਿਲਾਂ ਸਮਝ ਆਏ ਹੋਣ ਤੇ ਬੰਦਾ ਪੜ੍ਹੇ, ਉਹਦੇ ਪੜ੍ਹਨ ਦਾ ਰੂਪ ਰੇਖਾ ਜਿਹੜਾ ਆਨੰਦ ਹੈ ਉਹਦੇ ਵਿੱਚ ਬੜੀ ਤਬਦੀਲੀ ਆ ਜਾਂਦੀ ਹੈ, ਫਰਕ ਪੈ ਜਾਂਦਾ। ਤਾਂ ਇਸ ਥਾਂ ਤੇ ਧਿਆਨ ਦੇਣਾ, ਸਵਸਤ ਆਥ ਬਾਣੀ ਬਰਮਾਓ, ਇਹਦੇ ਅਰਥ ਨੇ, ਸੋ ਦੇ ਅਰਥ ਨੇ ਸੁੰਦਰ, ਜਿਹੜਾ ਬਿਲਕੁਲ ਸੋਹਣਾ ਹੈ, ਜਿਹਦੇ ਅੰਦਰ ਬੜੀ ਸੁੰਦਰਤਾ ਹੈ। ਅਸਤ ਦੇ ਅਰਥ ਨੇ ਜਿਵੇਂ ਸੂਰਜ ਅਸਤ ਹੁੰਦਾ ਹੈ, ਡੁੱਬਦਾ ਹੈ, ਜਿਵੇਂ ਸੂਰਜ ਡੁੱਬਦਾ ਹੈ ਨਾ, ਉਹਨੂੰ ਕਹਿੰਦੇ ਨੇ ਸੂਰਜ ਅਸਤ ਹੋ ਗਿਆ। ਸੋ ਅਸਤ ਆਥ, ਆਥ ਦੇ ਅਰਥ ਨੇ ਆਥਨ ਵੇਲਾ, ਸ਼ਾਮ ਦੇ ਵੇਲੇ ਸੂਰਜ ਅਸਤ ਹੁੰਦਾ ਹੈ। ਆਮ ਤੌਰ ਤੇ ਪੰਜਾਬੀ ਦੇ ਅੰਦਰ ਆਥ ਜਿਹੜਾ ਸ਼ਬਦ ਹੈ, ਆਥਨ ਵੇਲੇ ਨੂੰ, ਸ਼ਾਮ ਵੇਲੇ ਨੂੰ ਆਥਨ ਵੇਲਾ ਕਹਿੰਦੇ ਨੇ। ਪੁਰਾਣੀ ਪੰਜਾਬੀ ਦੇ ਵਿੱਚ, ਬੋਲੀ ਦੇ ਵਿੱਚ ਅੱਜ ਵੀ ਇਹ ਸ਼ਬਦ ਪਿੰਡਾਂ ਦੇ ਵਿੱਚ ਵਰਤਿਆ ਜਾਂਦਾ, ਆਥਨ ਵੇਲਾ, ਸ਼ਾਮ ਦਾ ਵਕਤ, ਜਦੋਂ ਸੂਰਜ ਡੁੱਬਦਾ ਹੈ। ਸੂਰਜ ਡੁੱਬ ਜਾਂਦਾ ਪਰ ਉਹਦੀ ਲਾਲੀ ਬਚ ਜਾਂਦੀ, ਉਸ ਵਕਤ ਦਾ ਜਿਹੜਾ ਸੁਹਾਵਣਾ ਟਾਈਮ ਵਕਤ ਹੁੰਦਾ ਹੈ, ਉਹਦਾ ਨਕਸ਼ਾ ਖਿੱਚਿਆ ਗਿਆ ਇੱਥੇ। ਸਵਸਤ ਆਥ, ਅਸਤ ਦਾ ਅਰਥ ਹੈ ਡੁੱਬ ਜਾਣਾ, ਲੀਨ ਹੋ ਜਾਣਾ। ਆਥ ਦਾ ਅਰਥ ਹੈ ਜਿਵੇਂ ਸ਼ਾਮ ਨੂੰ ਸੂਰਜ ਡੁੱਬਦਾ ਹੈ। ਜੇ ਕਿਸੇ ਮਨੁੱਖ ਦੀ ਸੁਰਤ ਇਸ ਤਰ੍ਹਾਂ ਬਾਣੀ ਬਰਮਾਓ, ਬਰਮਾਓ ਦੇ ਅਰਥ ਨੇ ਬ੍ਰਹਮਾ, ਪਰਮਾਤਮਾ, ਅਕਾਲ ਪੁਰਖ ਦੀ ਬਾਣੀ ਦੇ ਵਿੱਚ ਜੇ ਕਿਸੇ ਮਨੁੱਖ ਦਾ ਮਨ ਇਸ ਤਰ੍ਹਾਂ ਲੀਨ ਹੋ ਜਾਏ ਜਿਵੇਂ ਸ਼ਾਮ ਨੂੰ ਸੂਰਜ ਡੁੱਬਦਾ ਹੈ, ਧਿਆਨ ਦੇਣਾ। ਜੇ ਕਿਸੇ ਨੂੰ ਇਹ ਕਲਾ ਆ ਜਾਏ ਆਪਣੇ ਮਨ ਨੂੰ ਸ਼ਬਦ ਦੇ ਵਿੱਚ ਲੀਨ ਕਰਨ ਦੀ,
ਨਾਮ ਦੇ ਵਿੱਚ ਆਪਣੇ ਆਪ ਨੂੰ ਖਤਮ ਕਰਨ ਦੀ। ਜੇ ਕਿਸੇ ਨੂੰ ਇਹ ਜੁਗਤ ਦਾ ਪਤਾ ਲੱਗ ਜਾਏ, ਜੇ ਕੋਈ ਮਨੁੱਖ ਇਹ ਕੰਮ ਕਰੇ ਕਿ ਉਹ ਆਪਣੀ ਸੁਰਤ ਨੂੰ, ਆਪਣੇ ਜੀਵਨ ਨੂੰ, ਆਪਣੇ ਆਪੇ ਨੂੰ ਬਾਣੀ ਪੜ੍ਹਦਿਆਂ ਪੜ੍ਹਦਿਆਂ ਬਾਣੀ ਦੇ ਵਿੱਚ ਲੀਨ ਹੋ ਜਾਏ, ਬਾਣੀ ਉੱਥੇ ਰਹਿ ਜਾਏ, ਪੜ੍ਹਨ ਵਾਲਾ ਨਾ ਬਚੇ। ਪੜ੍ਹਨ ਵਾਲਾ ਕੇਵਲ ਥੋੜ੍ਹਾ ਥੋੜ੍ਹਾ ਮਹਿਸੂਸ ਕਰੇ ਮੈਂ ਪੜ੍ਹ ਰਿਹਾ, ਬਾਕੀ ਸਾਰਾ ਸਰੀਰ ਨਾਮ ਨਾਲ, ਬਾਣੀ ਨਾਲ ਹੀ ਭਰਿਆ ਜਾਏ। ਇੰਨਾ ਉਹਨੂੰ ਪਿਆਰ ਨਾਲ ਜਪੇ, ਇੰਨਾ ਉਹਨੂੰ ਧਿਆਨ ਨਾਲ ਜਪੇ ਕਿ ਜਪਦਿਆਂ ਜਪਦਿਆਂ ਸੁਰਤ ਜਿਹੜੀ ਇਹ ਦੇਹ ਤੋਂ ਹੀ ਪਾਰ ਚਲੀ ਜਾਏ, ਦੇਹ ਦੇ ਵਿੱਚ ਰਵੇ ਨਾ, ਉੱਥੇ ਨਾ ਰਵੇ, ਉਹਦਾ ਧਿਆਨ ਹੀ ਉਹਦੇ ਵਿੱਚ ਸਾਰੇ ਦਾ ਸਾਰਾ ਟਿਕ ਜਾਏ। ਉਹਨੂੰ ਕਹਿੰਦੇ ਨੇ ਕਿ ਲੀਨ ਹੋ ਜਾਣਾ, ਡੁੱਬ ਜਾਣਾ, ਉਹਦੇ ਵਿੱਚ ਆਪਣੇ ਆਪ ਨੂੰ ਵਿੱਚ ਸ਼ਬਦ ਦੇ ਵਿੱਚ ਲੀਨ ਕਰ ਦੇਣਾ। ਸਤਿਗੁਰਾਂ ਨੇ ਇੱਥੇ ਬਚਨ ਕੀਤੇ, ਜਦੋਂ ਕਿਸੇ ਦਾ ਮਨ ਨਾਮ ਦੇ ਅੰਦਰ, ਪਰਮਾਤਮਾ ਦੀ ਬਾਣੀ ਦੇ ਅੰਦਰ ਇਸ ਤਰ੍ਹਾਂ ਲੀਨ ਹੋ ਜਾਂਦਾ ਹੈ ਜਿਵੇਂ ਸੂਰਜ ਸ਼ਾਮ ਨੂੰ ਅਸਤ ਹੁੰਦਾ ਹੈ, ਇਸ ਤਰ੍ਹਾਂ ਜਦੋਂ ਕੋਈ ਆਪਣੇ ਆਪ ਨੂੰ ਸ਼ਬਦ ਦੇ ਵਿੱਚ ਲੀਨ ਕਰ ਲੈਂਦਾ ਹੈ ਤਾਂ ਉਹਦੇ ਤੋਂ ਬਾਅਦ ਜਿਹੜੀ ਦਸ਼ਾ ਬਣਦੀ ਹੈ ਉਹਨੂੰ ਕਹਿੰਦੇ ਸਤ ਸੁਹਾਣ ਸਦਾ ਮਨ ਚਾਓ। ਉਹਦੇ ਤੋਂ ਬਾਅਦ ਇਹ ਦਸ਼ਾ ਉਸ ਮਨੁੱਖ ਦੇ ਜੀਵਨ ਵਿੱਚ ਬਣ ਜਾਂਦੀ ਹੈ। ਸਦੀਵ ਕਾਲ ਵਾਸਤੇ ਉਹਦੇ ਮਨ ਵਿੱਚ ਸੁਹਾਣ ਦਾ ਮਤਲਬ ਸੁਹਾਵਣਾਪਣ ਆ ਜਾਂਦਾ ਹੈ, ਉਹਦੇ ਜੀਵਨ ਦੇ ਵਿੱਚ ਸੁਹਾਵਾਪਣ ਆ ਜਾਂਦਾ ਹੈ। ਤਾਂ ਇਹ ਜਿਹੜੇ ਵਚਨ ਨੇ, ਇਹਨਾਂ ਦੇ ਵਿੱਚ ਸਾਧਨਾ ਦੀ ਇੱਕ ਬੜੀ ਵੱਡੀ ਤਰੀਕੇ ਦੇ ਨਾਲ ਸਤਿਗੁਰਾਂ ਨੇ ਦੱਸਿਆ ਕਿ ਆਪਣੇ ਆਪ ਨੂੰ ਉਹਦੇ ਵਿੱਚ ਲੀਨ ਕਿਵੇਂ ਕਰਨਾ ਹੈ, ਆਪਣੇ ਆਪ ਨੂੰ ਉਹਦੇ ਵਿੱਚ ਡੁੱਬਣਾ ਕਿਵੇਂ ਹੈ, ਆਪਣੇ ਆਪ ਨੂੰ ਉਹਦੇ ਵਿੱਚ ਇਸ਼ਨਾਨ ਕਿਵੇਂ ਕਰਾਉਣਾ ਹੈ। ਜਿਵੇਂ ਪਹਿਲੀਆਂ ਪੰਕਤੀਆਂ ਦੇ ਵਿੱਚ ਬਚਨ ਕੀਤੇ ਕਿ ਅੰਤਰਗਤ ਤੀਰਥ ਮਲ ਨਾਓ, ਆਪਣੇ ਆਪ ਨੂੰ ਸ਼ਬਦ ਵਿੱਚ ਲੀਨ ਕਿਵੇਂ ਕਰਨਾ ਹੈ, ਉਹਦੇ ਅੰਦਰ ਆਪਣੇ ਆਪ ਨੂੰ ਧੋਣਾ ਕਿਵੇਂ ਹੈ। ਤਾਂ ਆਰੰਭ ਤੋਂ ਸ਼ੁਰੂ ਕਰੀਏ। ਇਹ ਅਵਸਥਾ ਕਿਹਨਾਂ ਨੂੰ ਪ੍ਰਾਪਤ ਹੋਈ, ਥੋੜਾ ਜਿਹਾ ਜੋੜਨ ਵਾਸਤੇ, ਨਾਲ ਇਕੱਠਾ ਕਰਨ ਵਾਸਤੇ ਫਿਰ ਮੈਂ ਅਰਥ ਕਰਾਂ ਕਿ ਜਿਨ੍ਹਾਂ ਨੇ ਸੁਣਿਆ, ਮੰਨਿਆ ਔਰ ਮਨ ਕੀਤਾ ਭਾਉ, ਮਨ ਵਿੱਚ ਪ੍ਰੇਮ ਕੀਤਾ ਅਕਾਲ ਪੁਰਖ ਦੇ ਪ੍ਰਤੀ। ਅੰਤਰਗਤ ਤੀਰਥ ਮਲ ਨਾਓ, ਉਹਨਾਂ ਨੇ ਆਪਣੇ ਆਪੇ ਦਾ ਅੰਦਰ ਇਸ਼ਨਾਨ ਕਰਾਇਆ। ਫਿਰ ਜਦੋਂ ਇਹ ਸਾਰਾ ਕੁਝ ਕਰਦਿਆਂ ਕਰਦਿਆਂ ਸਤਿਗੁਰਾਂ ਨੇ ਬਚਨ ਕੀਤੇ ਕਿ ਸਭ ਗੁਣ ਤੇਰੇ ਮੈਂ ਨਾਹੀ ਕੋਏ। ਇੱਕ ਦਿਨ ਐਸੀ ਦਸ਼ਾ ਬਣੀ ਕਿ ਐਸੇ ਮਨੁੱਖ ਦੇ ਜੀਵਨ ਦੇ ਵਿੱਚੋਂ ਗੁਣ ਪ੍ਰਗਟ ਹੋ ਗਏ, ਗੁਣ ਬਾਹਰ ਆ ਗਏ, ਗੁਣਾਂ ਦੀ ਖੁਸ਼ਬੂ ਆਉਣ ਲੱਗ ਪਈ, ਉਹਦੇ ਕੰਮਾਂ ਦੇ ਵਿੱਚੋਂ ਗੁਣਾਂ ਦੀ ਸੁਗੰਧੀ ਆਉਣ ਲੱਗ ਪਈ, ਚੰਗਾ ਸੁਭਾਅ ਪ੍ਰਗਟ ਹੋ ਗਿਆ, ਉਹਦਾ ਜੀਵਨ ਆਨੰਦ ਨਾਲ ਭਰਿਆ ਗਿਆ। ਸਾਰੇ ਸ਼ੁਭ ਗੁਣ ਜਿਹੜੇ ਨਾਮ ਦੇ ਵਿੱਚ ਨੇ, ਸਾਰੇ ਸ਼ੁਭ ਜਿਹੜੇ ਅੰਦਰਲੇ ਸੁਭਾਵ ਨੇ, ਜਿਹੜੇ ਸ਼ਬਦ ਦੇ ਵਿੱਚ ਨੇ, ਸਾਰੇ ਉਹਦੇ ਵਿੱਚੋਂ ਬਾਹਰ ਪ੍ਰਗਟ ਹੋਣ ਲੱਗ ਪਏ, ਬਾਹਰ ਆਉਣ ਲੱਗ ਪਏ। ਪਰ ਜਦੋਂ ਉਹਨੂੰ ਮਿਲੇ, ਉਹਨੇ ਇਹ ਨਹੀਂ ਕਿਹਾ ਕਿ ਮੇਰੀ ਆਪਣੀ ਮਿਹਨਤ ਦੇ ਨਾਲ ਇਹ ਸਭ ਕੁਝ ਮਿਲਿਆ। ਹਜ਼ੂਰ ਕਹਿੰਦੇ ਸਭ ਗੁਣ ਤੇਰੇ ਮੈਂ ਨਾਹੀ ਕੋਏ। ਪਤਾ ਲੱਗਾ ਮੈਂ ਨਾਹੀ ਕੋਏ ਦੇ ਅਰਥ ਨੇ ਮੈਂ ਜਿਹੜਾ ਜੀਵਨ ਜੀ ਰਿਹਾ ਸੀ ਉਹ ਤੇ ਕੁਝ ਵੀ ਨਹੀਂ ਇਹਦੇ ਅੱਗੇ। ਸਭ ਗੁਣ ਤੇਰੇ, ਜੋ ਹੁਣ ਤੇਰੀ ਬਖਸ਼ਿਸ਼ ਦੇ ਨਾਲ, ਤੇਰੀ ਰਹਿਮਤ ਦੇ ਨਾਲ ਜੀਵਨ ਮਿਲਿਆ ਹੈ, ਇਹਦੇ ਅੱਗੇ ਤੇ ਉਹ ਪਹਿਲਾ ਜੀਵਨ ਕੁਝ ਵੀ ਨਹੀਂ ਸੀ। ਜਿਹਨੂੰ ਮੈਂ ਜਫਾ ਮਾਰਿਆ ਸੀ, ਜਿਹਨੂੰ ਮੈਂ ਫੜਿਆ ਹੋਇਆ ਸੀ, ਜਿਹਨੂੰ ਮੈਂ ਜ਼ਿੰਦਗੀ ਸਮਝ ਰਿਹਾ ਸੀ, ਉਹ ਤੇ ਇਹਦੇ ਅੱਗੇ ਤੁੱਛ ਹੋ ਗਿਆ, ਛੋਟਾ ਹੋ ਗਿਆ, ਬੇਕਾਰ ਹੋ ਗਿਆ। ਸਭ ਗੁਣ ਤੇਰੇ ਮੈਂ ਨਾਹੀ ਕੋਏ। ਉਹ ਫਿਰ ਇੱਕ ਐਸੀ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ ਔਰ ਉਹਨੂੰ ਇਹ ਵੀ ਪਤਾ ਲੱਗ ਜਾਂਦਾ ਹੈ ਵਿਣ ਗੁਣ ਕੀਤੇ ਭਗਤ ਨਾ ਹੋਏ। ਜਿੰਨਾ ਚਿਰ ਇਹ ਗੁਣ ਅੰਦਰ ਧਾਰਨ ਨਾ ਕਰੀਏ ਬੰਦਗੀ ਸਿਰੇ ਨਹੀਂ ਚੜ੍ਹਦੀ। ਜਿਨ੍ਹਾਂ ਨੇ ਇਸ ਤਰ੍ਹਾਂ ਸੁਣ ਲਿਆ, ਮੰਨ ਲਿਆ, ਮਨ ਵਿੱਚ ਪ੍ਰੇਮ ਕੀਤਾ, ਅੰਤਰਗਤ ਤੀਰਥ ਤੇ ਇਸ਼ਨਾਨ ਕਰ ਲਿਆ, ਫਿਰ ਉਹਨਾਂ ਦਾ ਸਾਰਾ ਜੀਵਨ ਝੁਕ ਗਿਆ। ਜਿਵੇਂ ਸੂਰਜ ਡੁੱਬਣ ਵੇਲੇ ਝੁਕਦਾ ਜਾਂਦਾ ਹੈ, ਨੀਵਾਂ ਹੁੰਦਾ ਜਾਂਦਾ ਹੈ। ਨਮਸਕਾਰ ਜਿਵੇਂ ਕਰਦਾ ਉਹ ਧਰਤੀ ਨੂੰ, ਡੁੱਬਣ ਲੱਗਿਆਂ ਸ਼ਾਮ ਦੇ ਵਕਤ ਜਿਵੇਂ ਸੂਰਜ ਜਿਉਂ-ਜਿਉਂ ਝੁਕਦਾ ਹੈ
ਬ੍ਰਹਿਮੰਡ ਦੇ ਵਿੱਚ ਸੁਹਾਵਣਾਪਣ ਪੈਦਾ ਹੁੰਦਾ ਹੈ। ਜਦੋਂ ਸੂਰਜ ਸਿਖਰ ਦੁਪਹਿਰ ਵਿੱਚ ਹੁੰਦਾ ਹੈ, ਕ੍ਰੋਧਿਤ ਹੁੰਦਾ ਹੈ, ਉਹਦੇ ਵਿੱਚੋਂ ਅੱਗ ਵਸਦੀ ਹੈ, ਉਹ ਗਰਮਾਇਸ਼ ਪੈਦਾ ਕਰਦਾ ਹੈ। ਪਰ ਜਿਉਂ-ਜਿਉਂ ਸੂਰਜ ਵਕਤ ਨਾਲ ਇਸ ਐਂਗਲ ਤੇ ਝੁਕਦਾ ਹੈ, ਪੱਛਮ ਵੱਲ ਝੁਕੀ ਜਾਂਦਾ ਹੈ, ਨੀਵਾਂ ਹੋਈ ਜਾਂਦਾ ਹੈ, ਹੋਰ ਨੀਵਾਂ ਹੋਈ ਜਾਂਦਾ ਹੈ। ਇੱਕ ਦਿਨ ਇੰਨਾ ਨੀਵਾਂ ਹੋ ਜਾਂਦਾ ਹੈ ਕਿ ਉਹ ਆਪਣੇ ਆਪ ਨੂੰ ਬਿਲਕੁਲ ਖਤਮ ਕਰਨ ਦੇ ਨੇੜੇ ਆ ਜਾਂਦਾ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਸੂਰਜ ਦਾ ਡੁੱਬਣਾ, ਸੂਰਜ ਦਾ ਅਸਤ ਹੋ ਜਾਣਾ। ਇਸੇ ਤਰ੍ਹਾਂ ਸਾਡੇ ਜੀਵਨ ਦੇ ਵਿੱਚ ਜਿਹੜਾ ਸਾਡਾ ਆਪਣਾ ਹੰਕਾਰ ਹੈ, ਗੁਰੂ ਸਾਹਿਬ ਕਹਿੰਦੇ ਜਦੋਂ ਗੁਰੂ ਦੀ ਕਿਰਪਾ ਨਾਲ ਇਹ ਝੁਕਣਾ ਸ਼ੁਰੂ ਹੋ ਜਾਏ, ਸਾਡਾ ਆਪਣਾ ਜਿਹੜਾ ਆਪ ਹੈ ਝੁਕੀ ਜਾਏ, ਨੀਵਾਂ ਹੋਈ ਜਾਏ, ਨਿਮਰਤਾ ਵਿੱਚ ਚਲਾ ਜਾਏ, ਹੋਰ ਨਿਮਰਤਾ ਵਿੱਚ ਚਲਾ ਜਾਏ। ਇੱਕ ਦਿਨ ਇੰਨਾ ਨੀਵਾਂ ਹੋ ਜਾਏ ਕਿ ਉਹ ਆਪਣੇ ਆਪ ਨੂੰ ਲੀਨ ਕਰਨ ਵਾਸਤੇ ਰਾਜੀ ਹੋ ਜਾਏ, ਤਾਂ ਉਹਨੂੰ ਕਿਹਾ ਸਵਸਤ। ਜਦੋਂ ਆਪਣਾ ਆਪ ਉਹਦੇ ਵਿੱਚ ਅਸਤ ਹੋ ਜਾਂਦਾ, ਇਹ ਇੱਕ ਸ਼ਹਾਦਤ ਦੀ ਇੱਕ ਅਖੀਰਲੀ ਮੰਜ਼ਿਲ ਹੈ। ਧਿਆਨ ਦੇਣਾ, ਆਪਣੇ ਆਪ ਨੂੰ ਖਤਮ ਕਰਨਾ। ਥੋੜ੍ਹਾ ਜਿਹਾ ਜ਼ਿਕਰ ਵਿੱਚ ਕਰਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਦਾ। ਸ਼ਹੀਦ ਜਿਹੜਾ ਹੈ ਉਹ ਆਪਣੇ ਆਪ ਨੂੰ ਬੰਦਗੀ ਕਰਨ ਵਾਲਾ ਪੁਰਸ਼ ਇੱਕ ਦਿਨ ਇਸ ਮੁਕਾਮ ਤੇ ਪਹੁੰਚ ਜਾਂਦਾ ਹੈ। ਬੰਦਗੀ ਕਰਦਿਆਂ ਭਾਵੇਂ ਉਹ ਸੰਸਾਰ ਦੇ ਵਿੱਚੋਂ ਵੀ ਰੱਬ ਨੂੰ ਦੇਖਦਾ ਹੈ, ਇਹ ਵਿਸ਼ ਸੰਸਾਰ ਤੁਮ ਜੇ ਦੇਖਦੇ ਹਰ ਕਾ ਰੂਪ ਹੈ, ਪਰ ਉਹ ਬੰਦਗੀ ਕਰਦਿਆਂ ਇੱਕ ਐਸੀ ਦੁਨੀਆ ਨੂੰ ਲੱਭ ਲੈਂਦਾ ਹੈ ਕਿ ਉਹ ਫਿਰ ਇਸ ਦੁਨੀਆ ਨੂੰ ਛੱਡਣਾ ਚਾਹੁੰਦਾ ਹੈ, ਇੱਥੋਂ ਵਾਲੀ ਨੂੰ ਬਿਲਕੁਲ ਪੂਰੇ ਤੌਰ ਤੇ ਆਪਣੇ ਆਪ ਨੂੰ ਖਤਮ ਕਰਨਾ ਚਾਹੁੰਦਾ, ਲੀਨ ਕਰਨਾ ਚਾਹੁੰਦਾ। ਇਹ ਇੱਕ ਅਵਸਥਾ ਬਣਦੀ ਹੈ। ਤਾਂ ਜਿਨ੍ਹਾਂ ਵਿੱਚ ਇਹ ਅਵਸਥਾ ਆ ਗਈ, ਉਹ ਸ਼ਹੀਦ ਖੁਸ਼ੀ ਨਾਲ ਉਹਨਾਂ ਨੇ ਸ਼ਹੀਦੀ ਨੂੰ ਚੁਣਿਆ। ਸ਼ਹੀਦਾਂ ਦੀ ਦੁਨੀਆ ਵਿੱਚ ਤੁਸੀਂ ਵੇਖਦੇ ਹੋ, ਸਾਰੀਆਂ ਕੌਮਾਂ ਨਾਲੋਂ ਅਸੀਂ ਕਹਿੰਦੇ ਹਾਂ ਸਿੱਖ ਜਗਤ ਵਿੱਚ ਸ਼ਹੀਦ ਜ਼ਿਆਦਾ ਹੋਏ। ਔਰ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਕਨਸੈਪਟ ਦਿੱਤਾ ਗਿਆ ਹੈ ਕਿ ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ। ਇਹ ਵਿਸ਼ਾ ਤਾਂ ਦਿੱਤਾ ਗਿਆ ਕਿਉਂਕਿ ਇਸ ਕੌਮ ਦੇ ਵਿੱਚ ਬੰਦਗੀ ਵੀ ਜ਼ਿਆਦਾ ਹੈ। ਭਾਵੇਂ ਸਾਰੀਆਂ ਕੌਮਾਂ ਵਿੱਚ ਭਗਤੀ ਹੈ, ਪਰ ਬੰਦਗੀ ਦੀ ਭਰਮਾਰ ਹੈ। ਜ਼ਿਆਦਾ ਲੰਮਾ ਦਿੱਤਾ ਗਿਆ ਸਮਾਂ ਬੰਦਗੀ ਦਾ। ਤਾਂ ਸਤਿਗੁਰਾਂ ਨੇ ਜਿਹੜੀ ਸ਼ਹੀਦ ਦੀ ਦੁਨੀਆ ਹੈ, ਉਹ ਆਪਣੇ ਆਪ ਆਪਣੇ ਇਸ ਸਰੀਰ ਨੂੰ ਖਤਮ ਕਰਨਾ ਚਾਹੁੰਦਾ ਹੈ। ਇਹਨੂੰ ਇੱਕ ਰੁਕਾਵਟ ਸਮਝਦਾ ਹੈ, ਇਹਨੂੰ ਪਾਸੇ ਕਰਨਾ ਚਾਹੁੰਦਾ ਹੈ। ਔਰ ਫਿਰ ਉਹ ਚਾਹੁੰਦਾ ਹੈ ਵੀ ਇਹਨੂੰ ਲੇਖੇ ਵਿੱਚ ਲਾ ਦਿਆਂ, ਲੋਕਾਂ ਦੇ ਭਲੇ ਵਾਸਤੇ ਵਰਤ ਲਵਾਂ, ਇਹ ਖੂਨ ਕਿਤੇ ਅਜਾਈ ਨਾ ਚਲਾ ਜਾਏ। ਗੁਰੂ ਅਰਜਨ ਦੇਵ ਜੀ ਨੂੰ ਪਤਾ ਸੀ, ਕੰਮ ਤਾਂ ਉਹਨਾਂ ਨੇ ਸਾਰੇ ਕਰ ਲਏ ਸੀ ਜਿਹੜੇ ਕਰਨੇ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੋ ਕੁਝ ਕਰਨਾ ਸੀ ਉਹ ਕਰ ਲਿਆ ਸੀ, ਬੜੀ ਕਾਹਲੀ ਨਾਲ ਸਾਰੇ ਕੰਮ ਨਿਬੇੜ ਲਏ। ਹੁਣ ਜਦੋਂ ਵੇਖਿਆ ਕਿ ਹੁਣ ਸਰੀਰ ਦੀ ਲੋੜ ਨਹੀਂ ਰਹੀ, ਜਿਹੜੇ ਕਾਰਜ ਡਿਊਟੀ ਲੱਗੀ ਸੀ ਅਕਾਲ ਪੁਰਖ ਵੱਲੋਂ ਪੂਰੀ ਕਰ ਲਈ, ਤਾਂ ਹੁਣ ਜਿਵੇਂ ਆਪਾਂ ਭੋਜਨ ਛਕ ਲਿਆ ਤੇ ਭਾਂਡਿਆਂ ਦੀ ਕੀ ਜ਼ਰੂਰਤ। ਪਰ ਸਿਆਣਾ ਮਨੁੱਖ ਇੱਕ ਕੰਮ ਕਰਦਾ ਹੈ, ਜਿਨ੍ਹਾਂ ਭਾਂਡਿਆਂ ਦੀ ਮੈਂ ਵਰਤੋਂ ਕੀਤੀ ਹੈ ਮੈਂ ਤਾਂ ਉਹਦੇ ਵਿੱਚੋਂ ਰੱਜ ਲਿਆ, ਤ੍ਰਿਪਤੀ ਕਰ ਲਈ, ਪਰ ਇਹ ਭਾਂਡੇ ਕਿਸੇ ਹੋਰ ਦੇ ਕੰਮ ਆ ਜਾਣ। ਤਾਂ ਜਿਹੜੀ ਸ਼ਹਾਦਤ ਦਿੱਤੀ ਗੁਰੂ ਸਾਹਿਬ ਨੇ, ਉਹਨਾਂ ਨੇ ਆਪ ਚੁਣੀ ਸ਼ਹਾਦਤ। ਔਰ ਉਹਨਾਂ ਨੂੰ ਪਤਾ ਸੀ ਕਿ ਸਾਡੇ ਸਰੀਰ ਵਿੱਚ ਜਿਹੜਾ ਖੂਨ ਵਹਿੰਦਾ ਹੈ, ਇਹਦੇ ਇੱਕ ਇੱਕ ਕਤਰੇ ਵਿੱਚ ਨਾਮ ਦੀਆਂ ਕਣੀਆਂ ਨੇ, ਕ੍ਰਾਂਤੀ ਹੈ। ਤੇ ਜਾਂਦਿਆਂ ਕਿਉਂ ਨਾ ਇਹ ਖੂਨ ਜਿਹੜਾ ਹੈ ਇਹ ਕੌਮ ਦੇ ਹਵਾਲੇ ਕਰ ਦਈਏ, ਸ਼ਹਾਦਤ ਦੇ ਦਈਏ, ਇਹ ਖੂਨ ਇਤਿਹਾਸ ਬਣ ਜਾਏ, ਇਹ ਕ੍ਰਾਂਤੀ ਬਣ ਜਾਏ। ਤਾਂ ਉਹਨਾਂ ਨੇ ਇਹ ਸਭ ਕੁਝ ਕੀਤਾ। ਇਸ ਕਰਕੇ ਕੀਤਾ ਤਾਂ ਸ਼ਹੀਦ ਜਿਹੜਾ ਉਸ ਨੂੰ ਕਹਿੰਦੇ, ਗੁਰਮੁਖ ਵੀ ਉਸ ਨੂੰ ਕਹਿੰਦੇ ਨੇ, ਸੰਤ ਵੀ ਉਹਨੂੰ ਕਹਿੰਦੇ, ਜਿਹੜਾ ਸੂਰਜ ਵਾਂਗੂ ਝੁਕਦਾ ਜਾਂਦਾ ਹੈ, ਨੀਵਾਂ ਹੋਈ ਜਾਂਦਾ ਹੈ, ਹੋਰ ਨੀਵਾਂ ਹੋ ਜਾਂਦਾ, ਤੇ ਇੱਕ ਦਿਨ ਆਪਣੇ ਆਪ ਨੂੰ ਲੀਨ ਕਰਨ ਵਾਸਤੇ ਰਾਜੀ ਹੋ ਜਾਂਦਾ। ਉਹ ਆਪਣੇ ਆਪ ਨੂੰ ਪ੍ਰਗਟ ਨਹੀਂ ਕਰਨਾ ਚਾਹੁੰਦਾ। ਤਾਂ ਅੱਜ ਦੇ ਬਚਨ ਵਿੱਚ ਸਤਿਗੁਰਾਂ ਨੇ ਜਿਹੜੀ ਕਿਰਪਾ ਕੀਤੀ, ਕਹਿਣ ਲੱਗੇ ਸਵਸਤ ਆਥ। ਜਦੋਂ ਕਿਸੇ ਮਨੁੱਖ ਦਾ
ਧਰਮ ਨੂੰ ਕਮਾਉਂਦਿਆਂ ਕਮਾਉਂਦਿਆਂ ਇਹ ਦਸ਼ਾ ਉਹਦੇ ਜੀਵਨ ਵਿੱਚ ਬਣ ਜਾਂਦੀ ਹੈ। ਬਾਣੀ ਬਰਮਾਓ, ਬਰਮਾਓ ਦੇ ਅਰਥ ਨੇ ਬ੍ਰਹਮਾ, ਬ੍ਰਹਮ ਪਰਮਾਤਮਾ। ਇੱਥੇ ਬ੍ਰਹਮਾ ਦੇ ਅਰਥ ਬ੍ਰਹਮਾ ਦੇਵਤਾ ਨਹੀਂ, ਇੱਥੇ ਬ੍ਰਹਮ ਬਰਮਾਓ ਦੇ ਅਰਥ ਨੇ ਪਰਮਾਤਮਾ ਦੀ ਬਾਣੀ, ਰੱਬ ਦਾ ਸ਼ਬਦ। ਸਵਸਤ ਆਥ ਬਾਣੀ ਬਰਮਾਓ। ਜਦੋਂ ਕਿਸੇ ਦਾ ਮਨ ਅਸਤ ਹੋ ਜਾਂਦਾ ਹੈ, ਬਾਣੀ ਵਿੱਚ, ਨਾਮ ਦੇ ਵਿੱਚ ਲੀਨ ਹੋ ਜਾਂਦਾ ਹੈ, ਡੁੱਬ ਜਾਂਦਾ ਹੈ, ਜੁੜ ਜਾਂਦਾ ਹੈ, ਆਪਣੇ ਆਪੇ ਨੂੰ ਗਵਾ ਦਿੰਦਾ ਹੈ, ਉਦੋਂ ਇੱਕ ਬੜੀ ਅਮੁੱਲ ਤੇ ਕੀਮਤੀ ਦਸ਼ਾ ਬੰਦੇ ਨੂੰ ਮਿਲਦੀ ਹੈ। ਉਹ ਕਿਹੜੀ ਕਿ ਸਤ ਸੁਹਾਣ ਸਦਾ ਮਨ ਚਾਓ, ਸਦਾ ਕਾਇਮ ਰਹਿਣ ਵਾਲੀ ਖੁਸ਼ੀ ਉਹਨੂੰ ਮਿਲਦੀ ਹੈ। ਸਦਾ ਕਾਇਮ ਰਹਿਣ ਵਾਲਾ ਸੁਹਾਵਣਾਪਣ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ। ਸਦਾ ਰਹਿਣ ਵਾਲਾ ਚਾਓ, ਖੁਸ਼ੀ ਉਹਦੀ ਝੋਲੀ ਵਿੱਚ ਪੈ ਜਾਂਦੀ ਹੈ। ਫਿਰ ਇੱਥੇ ਜਦੋਂ ਇਹ ਦਸ਼ਾ ਮਿਲ ਗਈ ਤਾਂ ਦ੍ਰਿਸ਼ਟੀ ਗਈ ਗੁਰੂ ਨਾਨਕ ਦੇਵ ਜੀ ਦੀ ਸ੍ਰਿਸ਼ਟੀ ਵੱਲ। ਸ੍ਰਿਸ਼ਟੀ ਕਦੋਂ ਤੋਂ ਬਣੀ ਹੋਵੇਗੀ? ਬੜੀ ਚਰਚਾ ਸੀ, ਬੜੀ ਗੱਲਬਾਤ ਚੱਲਦੀ ਸੀ, ਦੁਨੀਆ ਕਿੱਦਣ ਬਣੀ ਹੈ, ਕਦੋਂ ਇਹਦੀ ਆਰੰਭਤਾ ਹੋਈ। ਸਤਿਗੁਰਾਂ ਨੇ ਵੇਖਿਆ ਆਪਣੇ ਆਪਣੇ ਢੰਗ ਨਾਲ ਸਾਰੇ ਵਿਆਖਿਆ ਕਰੀ ਜਾ ਰਹੇ ਨੇ, ਰੱਬ ਦੀ ਬਣਾਈ ਹੋਈ ਸ੍ਰਿਸ਼ਟੀ ਦਾ ਅੰਤ ਦੀ ਗੱਲ ਕਰ ਰਹੇ ਨੇ। ਤਾਂ ਉਹਨਾਂ ਨੇ ਬਚਨ ਕੀਤੇ, ਕਹਿਣ ਲੱਗੇ ਉਹ ਵੇਲਾ ਕਿਹੜਾ ਸੀ ਜਦੋਂ ਧਰਤੀ ਬਣਾਈ ਗਈ, ਜਦੋਂ ਸ੍ਰਿਸ਼ਟੀ ਬਣਾਈ ਗਈ, ਜਦੋਂ ਬ੍ਰਹਿਮੰਡ ਬਣਾਇਆ ਗਿਆ। ਕਵਣ ਸੋ ਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ। ਕਿਹੜੇ ਵਾਰ ਬਣਾਈ ਗਈ? ਕਿਉਂਕਿ ਉਦੋਂ ਸਮਾਂ ਤਾਂ ਹੈ ਨਹੀਂ ਸੀ ਜਦੋਂ ਇਹਦੀ ਸਿਰਜਣਾ ਹੋਈ। ਇਹ ਸਾਰੀਆਂ ਚੀਜ਼ਾਂ ਗੁਰੂ ਸਾਹਿਬ ਨੇ ਤਾਂ ਕਹੀਆਂ ਕਿ ਬੰਦੇ ਦੇ ਅੰਦਰ ਹੰਕਾਰ ਦੀ ਜਿਹੜੀ ਜੜ ਹੈ ਕਿ ਮੈਂ ਹਰ ਇੱਕ ਚੀਜ਼ ਬਾਰੇ ਜਾਣਨਾ ਚਾਹੁੰਦਾ, ਉਹ ਅੰਦਰੋਂ ਖਤਮ ਹੋ ਜਾਏ, ਘਟ ਜਾਏ। ਤਾਂ ਬਚਨ ਕੀਤੇ ਕਿਹੜਾ ਦਿਨ ਸੀ, ਕਿਹੜਾ ਵਾਰ ਸੀ ਉਸ ਦਿਨ, ਕਿਹੜਾ ਵੇਲਾ ਸੀ ਜਦੋਂ ਕਵਣ ਸੇ ਰੁੱਤੀ, ਰੁੱਤ ਕਿਹੜੀ ਸੀ, ਠੰਡ ਸੀ ਜਾਂ ਗਰਮੀ ਸੀ। ਮਹਾ ਕਵਣ ਮਹੀਨਾ ਕਿਹੜਾ ਸੀ। ਜਿਤ ਹੋਵਾ ਆਕਾਰ, ਜਦੋਂ ਨਿਰ ਆਕਾਰ ਦੇ ਵਿੱਚੋਂ ਆਕਾਰ ਬਣਿਆ, ਦਿਸਦੀਆਂ ਚੀਜ਼ਾਂ ਬਣੀਆਂ। ਇਹ ਸਾਰਾ ਕੁਝ ਜਿੱਦਣ ਹੋਂਦ ਵਿੱਚ ਆਇਆ, ਉਹ ਕਿਹੜਾ ਦਿਨ ਸੀ, ਕਿਹੜਾ ਮਹੀਨਾ ਸੀ। ਜਿਤ ਹੋਵਾ ਆਕਾਰ, ਜਿੱਦਣ ਆਕਾਰ ਪ੍ਰਗਟ ਹੋਏ, ਜਿੱਦਣ ਸਰੀਰ ਬਣੇ, ਜਿੱਦਣ ਜੂਨਾਂ ਬਣੀਆਂ, ਜਿੱਦਣ ਸਭ ਕੁਝ ਬਣਿਆ, ਉਹ ਵੇਲਾ ਕਿਹੜਾ ਸੀ। ਅੱਗੇ ਸਤਿਗੁਰਾਂ ਨੇ ਫਿਰ ਬਚਨ ਕੀਤੇ, ਕਹਿਣ ਲੱਗੇ ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ। ਵੱਡੇ ਵੱਡੇ ਵਿਦਵਾਨਾਂ ਨੇ, ਜਿਨ੍ਹਾਂ ਨੂੰ ਬੜੀ ਲੰਮੀ ਚੌੜੀ ਜਾਣਕਾਰੀ ਸੀ, ਵੇਦ ਉਹਨਾਂ ਦੇ ਕੋਲ ਬੜੇ ਬੜੇ ਤਜਰਬਿਆਂ ਵਾਲੀਆਂ ਚੀਜ਼ਾਂ ਸਨ, ਜਿਨ੍ਹਾਂ ਦੇ ਵਿੱਚ ਬੜੀ ਬੜੀ ਜਾਣਕਾਰੀ ਪਾਈ ਹੋਈ ਸੀ। ਉਹਨਾਂ ਨੇ ਵੀ ਉਸ ਵੇਲੇ ਨੂੰ ਜਾਣਿਆ ਨਹੀਂ। ਕੌਣ ਜਾਣ ਸਕਦਾ ਹੈ? ਆਰੰਭਤਾ ਨੂੰ ਕੋਈ ਨਹੀਂ ਜਾਣ ਸਕਦਾ। ਪਿਤਾ ਕਾ ਜਨਮ ਕੇ ਜਾਣੈ ਪੂਤ। ਕੋਈ ਪੁੱਤਰ ਪਿਤਾ ਦੇ ਜਨਮ ਨੂੰ ਜਾਣ ਸਕਦਾ ਹੈ? ਹਾਂ, ਵਿਸ਼ਵਾਸ ਕਰ ਸਕਦਾ ਹੈ ਕਿ ਮੇਰਾ ਪਿਤਾ ਹੈ। ਜਾਣਨਾ ਹੋਰ ਚੀਜ਼ ਹੈ, ਵਿਸ਼ਵਾਸ ਕਰਨਾ ਇੱਕ ਵੱਖਰੀ ਚੀਜ਼ ਹੈ। ਤਾਂ ਜਿਹੜਾ ਰੱਬ ਦੀ ਦਸ਼ਾ ਦੀ ਗੱਲ ਚੱਲਦੀ ਏ, ਧਰਮ ਦੀ ਗੱਲ ਚੱਲਦੀ ਏ, ਉਹਦੇ ਬਾਰੇ ਜਾਣਿਆ ਨਹੀਂ ਜਾ ਸਕਦਾ। ਅਣਜਾਣ ਹੈ ਉਹ ਦੁਨੀਆ। ਕੋਈ ਜਿੰਨਾ ਵੀ ਜਾਣਦਾ ਹੈ, ਉਹਦੇ ਤੋਂ ਅੱਗੇ ਹੋਰ ਜਾਣਕਾਰੀ ਰਹਿ ਜਾਂਦੀ ਹੈ। ਇਸ ਕਰਕੇ ਸਤਿਗੁਰਾਂ ਨੇ ਇਹ ਬਚਨ ਕੀਤੇ, ਕਹਿੰਦੇ ਵੱਡੇ ਵੱਡੇ ਪੰਡਤ ਲੋਕ, ਉਹਨਾਂ ਨੇ ਵੀ ਉਸ ਵੇਲੇ ਨੂੰ ਨਹੀਂ ਲੱਭ ਸਕੇ। ਜੇ ਉਹ ਲੱਭਦੇ ਤਾਂ ਹੋਵੇ ਲੇਖ ਪੁਰਾਣ, ਫਿਰ ਉਹ ਪੁਰਾਣ ਦੇ ਵਿੱਚ ਜ਼ਰੂਰ ਲਿਖ ਦਿੰਦੇ ਵੀ ਧਰਤੀ ਇਸ ਦਿਨ ਬਣੀ ਸੀ, ਸੰਸਾਰ ਇਸ ਦਿਨ ਸਿਰਜਣ ਕੀਤਾ ਗਿਆ ਸੀ। ਅੱਗੇ ਬਚਨ ਕੀਤੇ, ਕਹਿੰਦੇ ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ। ਵੱਡੇ ਵੱਡੇ ਕਾਜੀ, ਬੜੀਆਂ ਬੜੀਆਂ ਦਲੀਲਾਂ ਦੇਣ ਵਾਲੇ, ਇੱਥੇ ਸਿਰਫ ਗੁਰੂ ਸਾਹਿਬ ਇਹਨਾਂ ਸਾਰੇ ਧਰਮਾਂ ਦੇ ਆਗੂਆਂ ਦਾ ਨਾਮ ਤਾਂ ਲੈ ਰਹੇ ਨੇ ਕਿਉਂਕਿ ਇਹਨਾਂ ਸਾਰੇ ਧਰਮਾਂ ਦੇ ਵਿੱਚ ਕਈ ਗੱਲਾਂ ਬਾਰੇ ਦਾਅਵੇ ਕੀਤੇ ਗਏ ਸਨ। ਦਾਅਵਾ ਕੀਤਾ ਗਿਆ ਸੀ ਕਿ ਇੰਨੀਆਂ ਧਰਤੀਆਂ ਨੇ, ਇੰਨੇ ਪਤਾਲ ਨੇ, ਇੰਨੇ ਸਵਰਗ ਨੇ, ਇੰਨੇ ਨਰਕ ਨੇ।
ये सब कुछ इतना इतना है, उन्होंने गिन दिता सी। तो गुरु साहब ने जदों देखा भी ये सारिया चीज़ां गिन रहे ने, ये तो हंकार की बुद्धि है, ये तो उस वैगुरु का अंत पाउण वाली बुद्धि हंकारी बुद्धि है। कहन लगे नहीं, दावा नहीं इस दुनिया में चलता। जदों जदों बंदे ने धर्म के अंदर दावा किया है, उदों उदों की खुआरी हुई है। बड़े लोग अज भी दावा करते हैं, इस तरह करो तो इस तरह हो जाएगा। कई लोग परमात्मा नूं दिखाउण दी गल करते हैं, कोई कुछ दावा करता है, कोई किसी प्रकार का दावा करता है, पर धन गुरु ग्रंथ साहिब जी की बाणी दे विच भगतां ने और गुरु साहिब ने किते भी दावा नहीं किया। ये नहीं कहा भी तुहानूं मैं इस तरह दिखा देंगा। हाँ, जुगत दस दिती, तरीका समझा दिता, जे कोई मनुख इस तरह कमाएगा, इस तरह करेगा, हो सकता है रब कृपा करे उहदे जीवन विच संपूर्णता आ जाए, पर मैं तुहानूं लिख के दावा करके नहीं देंदा। इस करके जेड़े जेड़े राह दे उत्ते दावे कीते जांदे ने भी इस तरह करके इंज हो जांदा है, छोटे राह ने, मिणे होए ने, वो असलीयत विच नहीं हन। भावें उन्हां दे रिजल्ट बहुत जल्दी निकलते हैं, पर हैन छोटे बिल्कुल। तो सतगुरां ने बचन किया, कहन लगे वक्त ना पायो कादियां। वक्त का अर्थ है वेला। कादियां नूं भी वो वेला नहीं लभा। जे उन्होंने इस गल की समझ आ जाती, पता लग जाता संसार कदों बढ़िया, तो होवे जे लिखण लेख कुरान, वो अपनी कुरान दे अंदर ये सब कुछ लिख देंदे। फिर तीजे नंबर ते जोगियां दी गल कीती, थितवार ना जोगी जाने, रुत माहो ना कोई। ये तो बड़े बड़े विग्यानक सन, जेड़े जोगी सन, इन्हां कोल ते बड़ा विग्यान सी, कदों की बनया, शरीर दे किन्ने चक्कर ने, समाधियां द्वारा बहुत कुछ जान लिया सी इन्हां ने। ये सारियां तुकां गुरु साहब ने लोकां दे विचों भरम कढण लई उचारण कीते कि कोई मनुख इन्हां नूं भरमा ना सके, मैं ये जानना। तां जेड़े जोगी लोग सन, वड्डियां वड्डियां समाधियां लाउण वाले, जान लैण वाले, सूरज बारे, चंद्रमा बारे, योग बड़ा वड्डा विज्ञान है। सतगुरां ने क्या, थितवार ना जोगी जाने, रुत माहो ना कोई। उन्हां जोगियां नूं भी समझ नहीं आई भी आरंभता कदों होई, किवें संसार चलिया, किवें आरंभता हुई। हालांकि बहुत कुछ गुरु ग्रंथ साहिब दे विच इस तरह का लिखिया भी गया है, इशारे किए गए ने, सृष्टि की आरंभता कितों हुई है। ये कुछ इशारे कर भी दिते, दस भी दिता, नाल दावा नहीं किया। इस करके अजकल जेड़े विज्ञान वाले ये खोज कर रहे ने कि ब्रह्मंड कदों बनया, ये सारा कुछ कदों होंद विच आया है, तो उन्होंने कुछ सहायता गुरु ग्रंथ साहिब विचों मिल रही है। वो इनू पढ़ते हैं, सुनते हैं, कुछ इशारे इथों मिलते हैं। इस पानी ते जिन तू करया, माटी काले देहुरा करया। सतगुरां ने इशारा कीता पसाओ एको कवाओ, दस दिता थोड़ा जिहा। शब्द तो सारा कुछ पैदा होया है। जां वचन कीते गुरबाणी दे अंदर, साचे ते पवना पया। सब तो पहला उन्हें हवा बनाई है, हवा पैदा की, पंज तत्तां दे विचों पवन बनाई पहला। साचे ते पवना पया, पर वो सीधा नहीं पवन बनी। पहला उन्हें आप शब्द नूं साजिया, आप ही ने आप साजियो, आप ही ने रचियो नाओ। उहदे तो बाद कहंदे कि उन्हें हवा बनाई। हवा दे अंदर पानी सी, अज भी हवा दे विच पानी है। जिथे जिथे हवा वह रही है, इहदे अंदर सारी विच पानी है। इसलिए तुसीं वेखोगे रात नूं वो पानी भारा हो जाता है, सूरज की तपश घटदी है, और इस पानी दे विच ही अग है। ये परोए हुए ने, आपस बने हुए ने।
ਹਵਾ ਨੇ ਪਾਣੀ ਨੂੰ ਚੁੱਕਿਆ ਹੋਇਆ, ਪਾਣੀ ਨੇ ਅੱਗ ਨੂੰ ਸੰਭਾਲਿਆ ਹੋਇਆ। ਇਹ ਤਿੰਨ ਆਪਸ ਵਿੱਚ ਸੰਬੰਧਿਤ ਨੇ, ਤਿੰਨੇ ਤੱਤ ਜਿਹੜੇ ਨੇ। ਇਸ ਲਈ ਜਦੋਂ ਸੂਰਜ ਚੜ੍ਹਦਾ ਹੈ, ਅਗਨੀ ਤੱਤ ਵੱਧਦਾ ਹੈ, ਤਾਂ ਤੁਸੀਂ ਵੇਖੋਗੇ ਜਿੱਥੇ ਤਰੇਲ ਪਈ ਹੈ, ਪਾਣੀ ਡਿੱਗਾ ਹੈ, ਉਹ ਉਹਦੇ ਨਾਲ ਉੱਡਣ ਲੱਗ ਪੈਂਦਾ ਹੈ, ਪਾਣੀ ਚੜ੍ਹਨ ਲੱਗ ਪੈਂਦਾ, ਉਹਦੀ ਭਾਪ ਬਣਦੀ, ਉੱਡਦਾ ਹੈ। ਤਾਂ ਇਹ ਤਿੰਨੇ ਤੱਤ ਆਪਸ ਵਿੱਚ ਸੰਤੁਲਿਤ ਨੇ, ਬਣੇ ਹੋਏ ਨੇ। ਇਸੇ ਤਰ੍ਹਾਂ ਬੰਦੇ ਦੇ ਸਰੀਰ ਦੇ ਅੰਦਰ ਹੈ। ਜਦੋਂ ਇਹਨਾਂ ਵਿੱਚ ਵਾਧਾ ਘਾਟਾ ਹੁੰਦਾ ਹੈ ਤੇ ਬੰਦੇ ਦੇ ਸਰੀਰ ਵਿੱਚ ਗੜਬੜ ਹੋ ਜਾਂਦੀ ਹੈ, ਤੱਤ ਘੱਟ ਵੱਧ ਜਾਂਦੇ ਨੇ। ਇਸੇ ਤਰ੍ਹਾਂ ਜਿਵੇਂ ਰਾਤ ਨੂੰ ਸੂਰਜ ਪਾਸੇ ਚਲਾ ਜਾਂਦਾ ਹੈ ਤੇ ਅਗਨੀ ਤੱਤ ਕੁਦਰਤੀ ਤੌਰ ਤੇ ਘਟਦਾ ਹੈ, ਹਵਾ ਦੇ ਵਿੱਚੋਂ ਕਿਰਨਾਂ ਨਹੀਂ ਪੈਂਦੀਆਂ, ਧੁੱਪ ਨਹੀਂ ਲੱਗਦੀ। ਤਾਂ ਜਦੋਂ ਅਗਨੀ ਤੱਤ ਘਟਦਾ ਹੈ ਤੇ ਹਵਾ ਦੇ ਵਿੱਚ ਜਿਹੜਾ ਪਾਣੀ, ਉਹਦਾ ਵਜਨ ਵੱਧ ਜਾਂਦਾ ਹੈ, ਇਸ ਕਰਕੇ ਉਹ ਧਰਤੀ ਵੱਲ ਡਿੱਗਦਾ ਹੈ। ਹਵਾ ਭਾਵੇਂ ਉਹਨੂੰ ਕਿੰਨਾ ਪਕੜਨ ਦਾ ਯਤਨ ਕਰੇ, ਜਿੰਨਾ ਠੰਡ ਵਧੇਗੀ ਉਹਨਾਂ ਜਲਦੀ ਡਿੱਗੇਗਾ। ਇਸ ਕਰਕੇ ਸਿਆਲ ਦੇ ਦਿਨਾਂ ਵਿੱਚ, ਸਰਦੀਆਂ ਵਿੱਚ, ਠੰਡ ਦੇ ਵਿੱਚ ਜ਼ਿਆਦਾ ਧੁੰਦ ਪੈਂਦੀ, ਜ਼ਿਆਦਾ ਪਾਣੀ ਧਰਤੀ ਤੇ ਡਿੱਗਦਾ ਹੈ, ਗਰਮੀਆਂ ਵਿੱਚ ਨਹੀਂ, ਕਿਉਂਕਿ ਉਦੋਂ ਸੂਰਜ ਦੇ ਜਾਣ ਤੋਂ ਬਾਅਦ ਵੀ ਅਗਨੀ ਤੱਤ ਧਰਤੀ ਤੇ ਬਣਿਆ ਰਹਿੰਦਾ, ਗਰਮੈਸ਼ ਬਣੀ ਰਹਿੰਦੀ। ਇਹ ਸਾਰਾ ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾ, ਐਸੀ ਰਹਿਤ ਰਹੋ ਹਰ ਪਾਸਾ, ਕਬੀਰ ਜੀ ਨੇ ਕਿਹਾ। ਇਹ ਸਾਰਾ ਵਿਗਿਆਨ ਹੈ ਸੀ। ਤਾਂ ਉਹਨਾਂ ਨੇ ਦੱਸਿਆ ਕਿ ਇਥੋਂ ਸਾਚੇ ਤੇ ਪਵਨਾ ਪਿਆ, ਪਵਣੇ ਤੇ ਜਲ ਹੋਏ, ਇਹਦੇ ਵਿੱਚੋਂ ਪਾਣੀ ਬਣਿਆ। ਪਾਣੀ ਇਹਦੇ ਵਿੱਚ ਹੀ ਹੈ ਸੀ। ਜਲ ਤੇ ਤ੍ਰੇ ਭਵਨ ਸਾਜਿਆ, ਇਸ ਪਾਣੀ ਤੋਂ ਸਾਰਾ ਕੁਝ ਬਣਾਇਆ ਉਸਨੇ, ਪਰ ਸਿੱਧਾ ਨਹੀਂ ਬਣਾਇਆ। ਘਟ ਘਟ ਜੋਤ ਸਮੋਏ, ਸਾਰੇ ਥਾਵਾਂ ਤੇ ਆਪਣੀ ਜੋਤ ਦਾ ਕਨੈਕਸ਼ਨ ਕਰ ਦਿੱਤਾ, ਸਾਰਿਆਂ ਥਾਵਾਂ ਤੇ ਜੋਤ ਟਿਕਾ ਦਿੱਤੀ। ਜਿੱਥੇ ਕੋਈ ਸਰੀਰ ਬਣਦਾ ਉੱਥੇ ਜੋਤ ਪ੍ਰਗਟ ਹੋ ਜਾਂਦੀ। ਤਾਂ ਸਤਿਗੁਰਾਂ ਨੇ ਭਾਵੇਂ ਇਸ ਚੀਜ਼ ਦਾ ਵਿਗਿਆਨ ਦਿੱਤਾ ਵੀ, ਪਰ ਦਾਅਵਾ ਨਹੀਂ ਕੀਤਾ। ਇਹ ਨਿਯਮ ਬਦਲੇ ਵੀ ਜਾ ਸਕਦੇ ਨੇ। ਤਾਂ ਬਚਨ ਕੀਤੇ, ਕਹਿਣ ਲੱਗੇ ਕੋਈ ਜੋਗੀ, ਕੋਈ ਕਾਜੀ, ਕੋਈ ਪੰਡਤ ਇਹਨੂੰ ਨਹੀਂ ਜਾਣਦਾ। ਫਿਰ ਅਖੀਰ ਤੇ ਕਿਆ ਕਹਿੰਦੇ, ਜਾਂ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ ਸੋਈ। ਇਹ ਪਸਾਰਾ ਕਿਵੇਂ ਬਣਿਆ, ਕਿਵੇਂ ਸਾਜਿਆ ਗਿਆ ਹੈ, ਇਹਨੂੰ ਆਪ ਹੀ ਜਾਣਦਾ ਹੈ, ਆਪ ਹੀ ਸਮਝਦਾ ਹੈ। ਸ੍ਰਿਸ਼ਟੀ ਨੂੰ ਬਣਾਉਂਦਾ ਹੈ, ਆਪ ਹੀ ਜਾਣਦਾ ਹੈ। ਅਖੀਰ ਤੇ ਸਤਿਗੁਰਾਂ ਨੇ ਇਬਾਦਤ ਕਰਨ ਦਾ ਤਰੀਕਾ ਦੱਸਿਆ, ਢੰਗ ਦੱਸਿਆ। ਕਹਿੰਦੇ ਕਿਵ ਕਰ ਆਖਾਂ ਕਿਵ ਸਾਲਾਹੀ, ਕਿਉਂ ਵਰਨੀ ਕਿਵ ਜਾਣਾ। ਕਿਵ ਦਾ ਅਰਥ ਹੈ ਕਿਵੇਂ ਆਖਾਂ, ਕਿਵੇਂ ਬੋਲਾਂ, ਜਿਹੜਾ ਉਹਦੀ ਵਡਿਆਈ ਹੈ ਉਹਨੂੰ ਕਿਵੇਂ ਉਚਾਰਨ ਕਰਾਂ। ਕਿਵ ਸਾਲਾਹੀ, ਕਿਵੇਂ ਉਹਦੀ ਸਲੋਤਾ ਕਰਾਂ। ਕਿਉਂ ਵਰਨੀ, ਵਰਨੀ ਦਾ ਮਤਲਬ ਵਰਣਨ ਕਰਨਾ, ਬੋਲਣਾ। ਕਿਵੇਂ ਉਸ ਨੂੰ ਜਾਣ ਲਵਾਂ। ਸਾਹਿਬ ਨੇ ਬਚਨ ਕੀਤੇ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਮਨੁੱਖੀ ਦੁਨੀਆ ਦੇ ਵਿੱਚ ਇਹ ਹੰਕਾਰ ਕੰਮ ਕਰਦਾ ਹੈ। ਹਰ ਇੱਕ ਬੰਦਾ ਕਹਿਣ ਦਾ ਯਤਨ ਕਰਦਾ ਹੈ, ਹਰ ਇੱਕ ਬੰਦਾ ਵਿਆਖਿਆ ਕਰਦਾ ਹੈ। ਇੱਕ ਦੂ ਇੱਕ ਸਿਆਣਾ, ਇੱਕ ਤੋਂ ਇੱਕ ਸਿਆਣਾ ਬਣਨਾ ਚਾਹੁੰਦਾ ਹੈ, ਆਪਣੇ ਆਪ ਨੂੰ ਵੱਡਾ ਪ੍ਰਗਟ ਕਰਨਾ ਚਾਹੁੰਦਾ ਹੈ, ਮਹਾਨ ਬਣਾਉਣਾ ਚਾਹੁੰਦਾ ਹੈ। ਪਰ ਸਾਹਿਬ ਨੇ ਬਚਨ ਕੀਤੇ, ਕਹਿਣ ਲੱਗੇ ਵੱਡਾ ਸਾਹਿਬ ਵੱਡੀ ਨਾਈ। ਉਹ ਆਪ ਬੜਾ ਮਹਾਨ ਹੈ, ਬੇਅੰਤ ਹੈ। ਉਹਦੀ ਨਾਈ, ਉਹਦੀ ਕੁਦਰਤ ਜਿਹੜੀ ਹੈ ਉਹ ਵੀ ਬੜੀ ਬੇਅੰਤ ਹੈ, ਬੜੀ ਵੱਡੀ ਹੈ, ਬਹੁਤ ਮਹਾਨ ਹੈ। ਕੀਤਾ ਜਾਂ ਕਾ ਹੋਵੇ, ਇਹ ਸਭ ਕੁਝ ਜੋ ਕੁਝ ਵਰਤ ਰਿਹਾ ਹੈ ਉਹਦਾ ਕੀਤਾ ਹੀ ਹੋ ਰਿਹਾ ਹੈ। ਨਾਨਕ ਜੇ ਕੋ ਆਪੋਂ ਜਾਣੈ, ਅੱਗੇ ਗਿਆ ਨਾ ਸੋ ਹੈ। ਜੇ ਕੋਈ ਮਨੁੱਖ ਇਹ ਜਾਣੇ, ਆਪਣੇ ਆਪ ਨੂੰ ਜਣਾਏ, ਆਪਣੇ ਆਪ ਨੂੰ ਵੱਡਾ ਜਾਣੇ, ਅੱਗੇ ਗਿਆ ਨਾ ਸੋ ਹੈ, ਉਹ ਅੱਗੇ ਜਾ ਕੇ ਸ਼ੋਭਾ ਨਹੀਂ ਪਾਉਂਦਾ। ਭਾਵ ਇਸ ਸਾਰੀ ਪੌੜੀ ਵਿੱਚ ਜਿਹੜੇ ਬਚਨ ਕੀਤੇ, ਸਤਿਗੁਰਾਂ ਨੇ ਇਹ ਉਪਦੇਸ਼ ਦਿੱਤਾ ਹੈ, ਆਪਣੇ ਆਪ ਨੂੰ ਝੁਕਾ, ਆਪਣੇ ਆਪ ਨੂੰ ਛੋਟਾ ਕਰ, ਆਪਣੇ ਆਪ ਨੂੰ ਉਹਦੇ ਵਿੱਚ ਲੀਨ ਕਰਨ ਦੀ ਜਾਚ ਸਿੱਖ। ਸਾਰੀ ਪੌੜੀ ਦਾ ਪ੍ਰਕਰਨ ਇਹ ਚੱਲਦਾ ਹੈ, ਕਿਉਂਕਿ ਪਿੱਛੇ ਇਹ ਕਿਹਾ
ਸਵਸਤ ਆਥ ਬਾਣੀ ਬਰਮਾਓ। ਉਹਦੇ ਵਿੱਚ ਆਪਣੇ ਆਪ ਨੂੰ ਅਸਤ ਕਰਦੇ, ਲੀਨ ਕਰਦੇ। ਕਿਵੇਂ ਕਰਨਾ? ਸੁਣਿਆ ਮੰਨਿਆ ਮਨ ਕੀਤਾ ਭਾਉ, ਇਸ ਤਰੀਕੇ ਨਾਲ ਕਰਨਾ। ਫਿਰ ਉਹ ਨਹੀਂ ਕਹੇਗਾ ਸ੍ਰਿਸ਼ਟੀ ਕਿਵੇਂ ਬਣੀ ਹੈ, ਮੈਂ ਸਭ ਕੁਝ ਜਾਣਦਾ। ਇਹ ਗੱਲਾਂ ਛੋਟੀਆਂ ਰਹਿ ਜਾਣਗੀਆਂ। ਉਹਦੇ ਵਿੱਚ ਜੀਵਨ ਲੀਨ ਹੋ ਜਾਏਗਾ ਔਰ ਅਸਲੀ ਰਸਤਾ ਮਨੁੱਖ ਨੂੰ ਮਿਲੇਗਾ। ਆਓ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸੱਚ ਵਾਸਤੇ ਗੁਰਬਾਣੀ ਦੇ ਸਿਧਾਂਤਾਂ ਨੂੰ ਉੱਚਾ ਰੱਖਣ ਵਾਸਤੇ ਆਪਣੇ ਸਰੀਰ ਦਾ ਬਲੀਦਾਨ ਦਿੱਤਾ, ਸ਼ਹਾਦਤ ਦਿੱਤੀ ਔਰ ਭਗਤੀ ਮਾਰਗ ਦੇ ਨਾਲ ਨਾਲ ਸ਼ਹੀਦੀ ਮਾਰਗ ਆਰੰਭ ਹੋਇਆ। ਇੱਥੋਂ ਸ਼ਹਾਦਤ ਦੀ ਆਰੰਭਤਾ ਹੁੰਦੀ ਹੈ। ਇਹਦੇ ਤੋਂ ਪਹਿਲਾਂ ਭਗਤੀ ਲਹਿਰ ਚੱਲਦੀ ਰਹੀ। ਵੈਸੇ ਪਹਿਲਾਂ ਵੀ ਕ੍ਰਾਂਤੀਕਾਰੀ ਸਨ ਗੁਰੂ ਸਾਹਿਬ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸ਼ੁਰੂ ਤੋਂ ਬਾਣੀ ਪੜ੍ਹ ਕੇ ਵੇਖੋ, ਸੱਚ ਨੂੰ ਬੜਾ ਬੇਬਾਕ ਕਿਹਾ ਗਿਆ ਹੈ। ਇਹ ਗੱਲ ਠੀਕ ਹੈ ਕਿ ਉਹਨਾਂ ਨੇ ਬੰਦਗੀ ਦਾ ਰਾਹ ਇਸ ਤਰ੍ਹਾਂ ਦਾ ਦੱਸਿਆ ਜਿਹੜਾ ਵਿਵਾਦਾਂ ਤੋਂ ਰਹਿਤ ਹੈ। ਪਰ ਇੱਕ ਗੱਲ ਜ਼ਰੂਰ ਕਹੀ, ਜਦੋਂ ਜੋਗੀਆਂ ਕੋਲ ਗਏ ਤੇ ਉਹ ਪੁੱਛਦੇ ਨੇ, ਸਿੱਧ ਪੁੱਛਣ ਸੁਣ ਨਾਨਕਾ, ਮਾਤ ਲੋਕ ਵਿੱਚ ਕਿਆ ਵਰਤਾਰਾ, ਉੱਥੇ ਕੀ ਹੋ ਰਿਹਾ? ਸਤਿਗੁਰਾਂ ਨੇ ਜਵਾਬ ਦਿੱਤਾ, ਕਹਿਣ ਲੱਗੇ ਤੁਸੀਂ ਕੀ ਕਰਨਾ, ਉੱਥੇ ਕੀ ਹੋ ਰਿਹਾ? ਤੁਹਾਡਾ ਪ੍ਰਬੰਧ ਵਧੀਆ, ਇੱਥੇ ਮੌਜ ਕਰ ਰਹੇ ਹੋ, ਸਾਲ ਬਾਅਦ ਜਾਂਦੇ ਹੋ ਅਚਲ ਬਟਾਲੇ ਦੇ ਮੇਲੇ ਤੇ, ਸਮਾਨ ਇਕੱਠਾ ਕਰ ਲਿਆ, ਆ ਗਏ, ਸਮਾਧੀਆਂ ਲਾ ਛੱਡੀਆਂ। ਤੁਹਾਡੀ ਡਿਊਟੀ ਰੱਬ ਨੇ ਲਾਈ ਸੀ ਪਬਲਿਕ ਦੀ ਸੇਵਾ ਵਾਸਤੇ, ਲੋਕਾਂ ਨੂੰ ਸਿੱਧਾ ਰਾਹ ਦਿਖਾਉਣਾ। ਉਹਨਾਂ ਪੁੱਛਿਆ ਮਾਤ ਲੋਕ ਵਿੱਚ ਕਿਆ ਵਰਤਾਰਾ? ਸਤਿਗੁਰਾਂ ਨੇ ਕਿਹਾ ਵਰਤਾਰਾ ਕੀ ਹੋਣਾ? ਜੋਗੀ ਗਿਆਨ ਵਿਹੂਣਿਆ ਐ ਨਿਸ ਅੰਗ ਲਗਾਇਣ ਇਸ਼ਾਰਾ। ਜਿਹੜੇ ਅਸਲ ਯੋਗੀ ਨੇ ਉਹ ਲੁਕ ਕੇ ਬੈਠ ਗਏ ਨੇ, ਆ ਬਾਕੀ ਇੱਧਰ ਉੱਧਰ ਦੇ ਸਰੀਰ ਤੇ ਸਵਾਹ ਮਲ ਕੇ ਫਿਰਦੇ ਨੇ। ਉੱਥੇ ਸੱਚ ਪਾਸੇ ਹੋ ਗਿਆ ਹੈ। ਇਸ ਕਰਕੇ ਜਦੋਂ ਇਹ ਸੱਚਾਈਆਂ ਗੁਰੂ ਸਾਹਿਬ ਨੇ ਕਹੀਆਂ, ਗੁਰੂ ਨਾਨਕ ਦੇਵ ਜੀ ਨੇ, ਤਾਂ ਅਸੀਂ ਕਹਿ ਸਕਦੇ ਹਾਂ ਵੀ ਇਸ ਸ਼ਹਾਦਤ ਦਾ ਮੁੱਢ ਤੇ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋ ਚੁੱਕਾ ਸੀ। ਜਿਹੜਾ ਉਹਨਾਂ ਨੇ ਸੱਚ ਸੱਚ ਕਿਹਾ, ਗੁਰੂ ਅੰਗਦ ਦੇਵ ਜੀ ਦੀ ਬਾਣੀ ਦੇ ਵਿੱਚ ਵੀ ਸੱਚ ਦੀ ਭਾਸ਼ਾ ਹੈ। ਗੁਰੂ ਅਮਰਦਾਸ, ਗੁਰੂ ਰਾਮਦਾਸ ਜੀ, ਉਸ ਸਾਰੇ ਦਾ ਜਿਹੜਾ ਪ੍ਰਭਾਵ ਸੀ, ਜਿਹੜਾ ਪਰਛਾਵਾਂ ਸੀ, ਅਵਸ਼ ਪੈਣਾ ਸੀ। ਸਮੇਂ ਦੀ ਸਰਕਾਰ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ। ਫਿਰ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ, ਉਹਨਾਂ ਨੇ ਇਸ ਝੂਠ ਦਾ ਵਿਰੋਧ ਫਿਰ ਤਲਵਾਰ ਨਾਲ ਕੀਤਾ। ਆਓ ਉਹਨਾਂ ਦੇ ਪਿਆਰ ਵਿੱਚ ਇੱਕ ਸ਼ਬਦ ਪੜ੍ਹ ਕੇ ਸਮਾਪਤੀ ਕਰੀਏ। ਅੱਜ ਸਾਰਾ ਦਿਨ 10 ਵਜੇ ਤੋਂ ਲੈ ਕੇ 1 ਵਜੇ ਤੱਕ ਦੀਵਾਨ ਵੀ ਸਜਣਾ ਹੈ, ਜਿਨ੍ਹਾਂ ਵਿੱਚ ਬਾਹਰੋਂ ਆਏ ਸੱਜਣ ਆਪ ਜੀ ਨੂੰ ਗੁਰਬਾਣੀ ਦੁਆਰਾ ਨਿਹਾਲ ਕਰਨਗੇ। ਇਹ ਪੰਕਤੀ ਪੜ੍ਹ ਕੇ ਸਮਾਪਤੀ ਕਰੀਏ। ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ।